ਪੋਜ਼ਿਟਿਵ એનર્ਜੀ ਕਿਵੇਂ ਰੱਖੇ ਤੇ ਇਸ ਡਰ ਤੋਂ ਕਿਵੇਂ ਦੂਰ ਰਹੇ ਕਿ ਮੈਂ ਨਹੀਂ ਮਰਾਂਗਾ, ਕਿਉਂਕਿ ਲੋਕਾਂ ਦੇ ਵਿੱਚ ਇਹ ਡਰ ਬਣਿਆ ਹੋਇਆ ਕਿ ਕਰੋਨਾ ਹੋ ਗਿਆ ਮਤਲਬ ਮੌਤ ਆ ਗਈ। ਕਿ ਸਾਡੀ ਵਿਵਸਥਾ ਜਿਹੜੀ ਹੈਗੀ ਹੈ ਉਸ ਨੇ ਮਤਲਬ ਕਿ ਜ਼ਿੰਮੇਵਾਰੀ ਨਾਲ ਕੰਮ ਨਹੀਂ ਕੀਤਾ, ਕਿਉਂਕਿ ਤੁਸੀਂ ਹਿਸਾਬ ਲਗਾਓ ਕਿ ਮਤਲਬ ਕਿ ਇੱਕ ਪਾਸੇ ਵਿਗਿਆਨੀ ਹੈਗੇ ਨੇ ਜਾਂ ਜਿਹੜੇ ਮਾਹਰ ਨੇ ਉਹ ਆਪਣੀਆਂ ਮੀਟਿੰਗਾਂ ਕਰਕੇ ਦੱਸ ਰਹੇ ਨੇ, ਓਵਰ ਕੌਨਫੀਡੈਂਸ ਹੋ ਗਏ ਸਾਡੇ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਡੇ ਸਾਰਾ ਅਮਲਾ ਜਿਹੜਾ ਹੈਗਾ, ਕਿਉਂਕਿ ਅਸੀਂ ਲਗਭਗ ਦਸੰਬਰ ਦੇ ਵਿੱਚ ਲਗਭਗ ਇਹ ਸੋਚਣ ਲੱਗ ਪਏ ਕਿ ਹੁਣ ਅਸੀਂ ਕਰੋਨਾ ਤੇ ਜਿੱਤ ਹਾਸਲ ਕਰ ਲਈ ਹੈਗੀ ਹੈ। ਜਦੋਂ ਵੀ ਇਹ ਵਾਇਰਲ ਬੁਖਾਰ ਹੁੰਦਾ ਸੀ ਆਪਾਂ ਕਹੋ ਕਿ ਸਿੰਪਲ ਫਲੂ ਹੈਗਾ, ਨਜ਼ਲਾ ਜ਼ੁਕਾਮ ਵੀ ਆਪਾਂ ਕਹਿ ਸਕਦੇ ਹਾਂ ਵੀ ਉਹ ਹੈਗਾ, ਜਦੋਂ ਵੀ ਸਾਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਸੀਗੀ। ਜੇਕਰ ਪ੍ਰਸ਼ਾਸਨ ਨੂੰ ਸਭ ਕੁਝ ਪਹਿਲਾਂ ਪਤਾ ਸੀ ਤਾਂ ਸਰਕਾਰਾਂ ਦੇ ਵੱਲੋਂ ਅਜਿਹਾ ਕੀ ਨਹੀਂ ਕੀਤਾ ਗਿਆ ਕਿ ਇੰਨੀ ਜ਼ਿਆਦਾ ਬਰਬਾਦੀ ਨਾ ਹੁੰਦੀ। ਜਿਹੜਾ ਪ੍ਰੈਗਨੈਂਟ ਲੇਡੀਜ਼ ਤੇ ਦੂਜਾ ਜਿਹੜਾ ਏਡਜ਼ ਤੇ ਆਟੋ ਇਮਿਊਨ ਡਿਜ਼ੀਜ਼, ਜਿਹਨਾਂ ਨੂੰ ਇਮਿਊਨ ਸਿਸਟਮ ਵੀਕ ਹੈਗਾ, ਉਹਨੂੰ ਜਾਂ ਕੋਈ ਇਹੋ ਜਿਹੀਆਂ ਦਵਾਈਆਂ ਖਾ ਰਹੇ ਨੇ ਜਿਹੜੇ ਸਾਡੇ ਇਮਿਊਨ ਸਿਸਟਮ ਨੂੰ ਮਤਲਬ ਕਮਜ਼ੋਰ ਕਰਦੀਆਂ ਨੇ, ਉਹ ਜਾ ਕੇ ਇੱਕ ਲਿਸਟ ਹੈਗੀ ਹੈ, ਉਹ ਜਾ ਕੇ ਬੰਦਾ ਡਾਕਟਰ ਨੂੰ ਦੱਸ ਸਕਦਾ ਹੈ ਵੀ ਮੈਂ ਇਹ ਦਵਾਈ ਖਾ ਰਿਹਾ ਤੇ ਮੈਨੂੰ ਲਗਵਾਉਣੀ ਚਾਹੀਦੀ ਹੈ ਕਿ ਨਹੀਂ ਲਗਵਾਉਣੀ ਚਾਹੀਦੀ। ਕੋਰੋਨਾ ਵਾਇਰਸ ਤੋਂ ਨਿਜਾਤ ਸਾਨੂੰ ਕਦੋਂ ਮਿਲੇਗੀ, ਇਹ ਹਾਲੇ ਕਾਫੀ ਲੰਬਾ ਸਮਾਂ ਲੱਗੇਗਾ ਸਮਝਣ ਦੇ ਵਿੱਚ, ਕਿਉਂਕਿ ਦੇਖਿਆ ਜਾਵੇ ਤਾਂ ਪਿਛਲੇ ਸਾਲ ਜਦੋਂ ਕਰੋਨਾ ਵਾਇਰਸ ਦੀ ਸਟ੍ਰੇਨ ਆਈ ਸੀ ਤਾਂ ਉਦੋਂ ਨਹੀਂ ਕਿਸੇ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਸਟ੍ਰੇਨ ਆਏਗੀ ਤੇ ਸਾਨੂੰ ਇਸ ਤਰ੍ਹਾਂ ਦੇ ਨਾਲ ਇਸ ਬਿਮਾਰੀ ਦੇ ਨਾਲ ਜੂਝਣਾ ਪਵੇਗਾ। ਪਰ ਹਾਲੇ ਤੱਕ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭੰਬਲ ਭੁੱਸਾ ਸੋਚ ਵਿਚਾਰ ਦੇ ਵਿੱਚ ਪਏ ਹੋਏ ਨੇ ਲੋਕ ਕਿ ਆਖਿਰਕਾਰ ਕਰੋਨਾ ਵਾਇਰਸ ਹੈ ਕੀ, ਕਿਵੇਂ ਫੈਲਦੀ ਹੈ ਇਹ ਬਿਮਾਰੀ, ਆਖਿਰਕਾਰ ਕਿਵੇਂ ਦਵਾਈਆਂ ਦੇ ਨਾਲ ਕਿਸ ਇਲਾਜ ਦੇ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਬਾਰੇ ਅਸੀਂ ਇੱਕ ਮਾਹਿਰ ਡਾਕਟਰ ਸ਼ਾਮ ਸੁੰਦਰ ਦੀਪਤੀ ਦੀ ਰਾਏ ਲਵਾਂਗੇ, ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਵੱਖ-ਵੱਖ ਡਾਕਟਰਾਂ ਦੇ ਵੱਲੋਂ ਵੱਖ-ਵੱਖ ਰਾਏ ਦਿੱਤੀ ਜਾਂਦੀ ਹੈ ਤੇ ਹਮੇਸ਼ਾ ਤੋਂ ਹੀ ਦੇਖਿਆ ਗਿਆ ਕਿ ਕਾਫੀ ਸਾਰੇ ਇਲਾਜ, ਕਾਫੀ ਸਾਰੇ ਤਰੀਕੇ ਸਾਹਮਣੇ ਆਉਂਦੇ ਨੇ, ਪਰ ਸਹੀ ਤਰੀਕਾ ਕੀ ਹੈ ਆਓ ਜਾਣਦੇ ਹਾਂ ਡਾਕਟਰ ਦੀਪਤੀ ਤੋਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ, ਤਾਂ ਆਖਿਰਕਾਰ ਕੀ ਹੈ ਇਹ ਕਰੋਨਾ ਵਾਇਰਸ, ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ? ਜਿਹੜੀ ਤੁਸੀਂ ਦੇਖੋ ਸ਼ੁਰੂ ਦੇ ਵਿੱਚ ਗੱਲ ਕੀਤੀ ਕਿ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਸਾਨੂੰ ਪਤਾ ਨਹੀਂ ਲੱਗਿਆ ਵੀ ਇਹ ਹੈ ਕਿ, ਸਾਨੂੰ ਇਹ ਨਹੀਂ ਸੀ ਪਤਾ ਕਿ ਇਹ ਇੱਕ ਲਹਿਰ ਹੋਰ ਆ ਜਾਊਗੀ, ਇਹ ਗੱਲ ਨਹੀਂ ਹੈ। ਵਿਗਿਆਨਕ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਕਰੋਨਾ ਵਾਇਰਸ ਫੈਲਣ ਦੇ ਇੱਕ ਹਫ਼ਤੇ ਦੇ ਵਿੱਚ ਇਹਦੀਆਂ ਕਾਫੀ ਸਾਰੀਆਂ ਜਿਹੜੀਆਂ ਮੁੱਢਲੀਆਂ ਜਾਣਕਾਰੀਆਂ ਮਿਲ ਗਈਆਂ ਸੀਗੀਆਂ। ਇਸ ਦੇ ਆਧਾਰ ਤੇ ਹੀ ਅਸੀਂ ਮਾਸਕ ਦੀ ਗੱਲ ਕੀਤੀ, ਉਸ ਦੇ ਆਧਾਰ ਤੇ ਅਸੀਂ ਜਿਹੜੀ 6 ਫੁੱਟ ਦੂਰੀ ਦੀ ਗੱਲ ਕੀਤੀ, ਉਸ ਦੇ ਆਧਾਰ ਤੇ ਅਸੀਂ ਸੈਨੀਟਾਈਜ਼ਰ ਦੀ ਗੱਲ ਕੀਤੀ, ਜੇ ਕਹਾਂ ਤਾਂ ਉਸ ਦੇ ਆਧਾਰ ਤੇ ਹੀ ਅਸੀਂ ਇੱਕ ਵਾਰੀ ਲਾਕਡਾਊਨ ਵੀ ਲਾਇਆ। ਇਹ ਗੱਲਾਂ ਸਾਨੂੰ ਮੁੱਢਲੀਆਂ ਕੁਝ ਪਤਾ ਸੀਗੀਆਂ, ਸਾਨੂੰ ਉਹਦੀ ਸਟਰਕਚਰ ਪਤਾ ਸੀਗੀ ਵੀ ਉਹਦਾ ਰੂਪ ਕੀ ਹੈ, ਉਹਦਾ ਸਰੂਪ ਕੀ ਹੈ, ਉਹ ਕਿਵੇਂ ਬਿਹੇਵ ਕਰਦਾ ਹੈਗਾ। ਆਪਾਂ ਕਹਿ ਸਕਦੇ ਹਾਂ ਕਿ ਜੇ ਆਪਾਂ ਹੁਣ ਤੱਕ ਦੇ ਆંકੜੇ, ਹੁਣ ਤੱਕ ਸਾਡੇ ਕੋਲ 1 ਸਾਲ ਦਾ ਪੂਰਾ ਤਜਰਬਾ ਹੈਗਾ, ਅਸੀਂ ਕਹਿ ਸਕਦੇ ਹਾਂ ਕਿ ਲਗਭਗ ਸਾਡੇ ਕੋਲੋਂ ਹਿੰਦੁਸਤਾਨ ਦੇ ਆંકੜਿਆਂ ਦੇ ਵਿੱਚ 2 ਕਰੋੜ ਲੋਕ ਦਾ ਡਾਟਾ ਹੈਗਾ ਜਿਹੜੇ ਪੋਜ਼ਿਟਿਵ ਆਏ। 2 ਕਰੋੜ ਲੋਕ ਕੱਲ ਤੱਕ, ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਉਹ ਸੀ ਟੋਟਲ 30 ਜਨਵਰੀ ਤੋਂ ਲੈ ਕੇ ਤੇ ਕੱਲ ਤੱਕ ਆਪਣੇ ਇਹ ਬੰਦੇ ਟੋਟਲ 2 ਕਰੋੜ ਪੋਜ਼ਿਟਿਵ ਕੇਸਿਸ, ਇਹਨਾਂ ਦੇ ਵਿੱਚੋਂ ਲਗਭਗ ਜਿਹੜੇ ਨੇ ਉਹ ਕੋਈ 2.25 ਲੱਖ ਡੈਥ ਹੋਈਆਂ ਹੈਗੀਆਂ ਨੇ। ਇਹ ਸਾਡੇ ਕੋਲ ਇੱਕ ਆંકੜਾ ਹੈਗਾ ਸਾਡੇ ਆਪਣੇ ਹਿੰਦੁਸਤਾਨ ਦਾ 1 ਸਾਲ ਦੇ। ਜੇ ਆਪਾਂ ਇਹਨਾਂ ਨੂੰ ਹੋਰ ਆਪਾਂ ਦੇਖੀਏ ਵੀ ਇਹ ਸਾਰੇ ਜਿਹੜੇ 2 ਕਰੋੜ ਲੋਕ ਨੇ, ਵਾਇਰਸ ਨੇ ਕਿਵੇਂ ਬਿਹੇਵ ਕੀਤਾ ਹੈਗਾ, ਇਹਨਾਂ ਚੋਂ 80-85% ਉਹ ਨੇ ਜਿਹਨਾਂ ਨੂੰ ਬਹੁਤ ਮਾਮੂਲੀ ਸਿੰਪਟਮ ਹੋਏ ਜਾਂ ਜਿਹਨਾਂ ਨੂੰ ਪਤਾ ਵੀ ਨਹੀਂ ਚੱਲਿਆ ਕਿ ਉਹਨਾਂ ਨੂੰ ਵਾਇਰਸ ਬਿਮਾਰੀ ਕਰੋਨਾ ਦੀ ਹੋ ਵੀ ਗਈ ਤੇ ਪਤਾ ਵੀ ਨਹੀਂ ਚੱਲਿਆ। ਟੈਸਟ ਜ਼ਰੂਰ ਉਹਨਾਂ ਦਾ ਪੋਜ਼ਿਟਿਵ ਆਇਆ, ਜਾਂ ਜਦੋਂ ਟੈਸਟ ਕਰਵਾ ਕੇ ਕੀਤਾ ਵੀ ਗਿਆ ਘਰੇ ਜਾ ਕੇ ਤਾਂ ਉਹ ਪੋਜ਼ਿਟਿਵ ਸੀਗੇ, ਪਰ ਉਹਨਾਂ ਨੂੰ ਕੋਈ ਵੀ ਲੱਛਣ ਨਹੀਂ ਸੀਗਾ। ਤੇ ਕਾਫੀ ਆਪਣੇ ਉਹ ਦੌਰਾਨ ਦੇ ਵਿੱਚ ਵੀ ਉਹਨਾਂ ਨੂੰ ਕੋਈ 12-13% ਲੋਕ ਉਹ ਸੀ ਜਿਨ੍ਹਾਂ ਨੂੰ ਮਤਲਬ ਕਿ ਖਾਂਸੀ ਹੁੰਦੀ ਸੀਗੀ, ਗਲੇ ਦੇ ਵਿੱਚ ਖਰਾਸ਼ ਹੁੰਦੀ ਸੀਗੀ, ਸੁੱਕੀ ਖਾਂਸੀ ਹੁੰਦੀ ਸੀ, ਬੁਖਾਰ ਚੜ੍ਹਦਾ ਸੀਗਾ ਤੇ ਜਾਂ ਉਹਨਾਂ ਨੂੰ ਕਮਜ਼ੋਰੀ ਹੁੰਦੀ ਸੀਗੀ। ਬਾਅਦ ਵਿੱਚ ਹੌਲੀ-ਹੌਲੀ ਜਦੋਂ ਇਹਦਾ ਪਤਾ ਚੱਲਿਆ ਤਾਂ ਇਹਦੇ ਨਾਲ ਹੋਰ ਕੁਝ ਵੀ ਲੱਛਣ ਜੁੜਨ ਲੱਗ ਪਏ, ਜਿਵੇਂ ਮਤਲਬ ਕਿ ਸਮੈਲ ਚਲੀ ਜਾਣੀ, ਟੇਸਟ ਚਲਾ ਜਾਣਾ, ਇਹ ਲੱਛਣ ਹੋਰ ਜੁੜੇ। ਇੱਥੋਂ ਤੱਕ ਕਿ ਡਾਇਰੀਆ ਵੀ ਜਿਹੜਾ ਹੈਗਾ ਹੁਣ ਉਹਨਾਂ ਲੱਛਣਾਂ ਦੇ ਵਿੱਚ ਸ਼ਾਮਿਲ ਹੋ ਰਿਹਾ ਹੈਗਾ। ਇਹ ਸੀਗਾ ਦੂਜਾ ਪੜਾਅ। ਤੀਜਾ ਪੜਾਅ ਉਹ ਸੀਗਾ ਜਦੋਂ ਜਿਹੜਾ ਵਾਇਰਸ ਹੈਗਾ ਉਹ ਲੰਗਸ ਦੇ ਵਿੱਚ ਅਟੈਕ ਕਰਦਾ ਹੈਗਾ, ਲੰਗਸ ਤੱਕ ਪਹੁੰਚ ਜਾਂਦਾ ਹੈਗਾ, ਨੱਕ ਤੋਂ ਹੁੰਦਾ ਗਲੇ ਤੱਕ, ਤੇ ਗਲੇ ਤੋਂ ਫਿਰ ਸਾਹ ਨਲੀ ਤੋਂ ਹੁੰਦਾ ਸਾਡੇ ਫੇਫੜਿਆਂ ਤੱਕ ਪਹੁੰਚਦਾ ਹੈਗਾ। ਜਦੋਂ ਫੇਫੜਿਆਂ ਤੱਕ ਪਹੁੰਚਦਾ ਹੈਗਾ ਤਾਂ ਜਿਹੜੀ ਫੇਫੜਿਆਂ ਦੀ ਪਰਤ ਹੈਗੀ ਹੈ ਉੱਥੇ ਸੋਜਿਸ਼ ਹੁੰਦੀ ਹੈਗੀ ਹੈ ਤੇ ਉੱਥੇ ਫਿਰ ਕਈ ਵਾਰੀ ਰੇਸ਼ਾ ਵੀ ਜਮਾ ਹੋ ਜਾਂਦਾ ਹੈ, ਜਿਹਨੂੰ ਅਸੀਂ ਕਹਿੰਦੇ ਨਿਮੋਨੀਆ ਹੋ ਜਾਂਦਾ ਹੈਗਾ। ਐਕਸਰੇ ਕਰਾਈਏ, ਸੀਟੀ ਸਕੈਨ ਕਰਾਈਏ, ਸਾਨੂੰ ਪਤਾ ਲੱਗ ਜਾਂਦਾ ਹੈ ਕਿ ਆਪਾਂ ਡਾਕਟਰ ਕਹਿੰਦੇ ਆਮ ਤੌਰ ਤੇ ਭਾਸ਼ਾ ਬੋਲਦੇ ਆ ਕਿ ਸਾਡਾ 40% ਲੰਗ ਹੈਗਾ ਜਿਹੜਾ ਉਹ ਇਨਵਾਲਵ ਹੈਗਾ। 40% ਲੰਗ ਇਨਵਾਲਵ ਦਾ ਮਤਲਬ ਹੈਗਾ ਵੀ ਉਹਦੇ ਵਿੱਚ ਬਲੱਡ ਦੇ ਵਿੱਚ ਆਕਸੀਜਨ ਲਿਜਾਣ ਦੀ ਜਿਹੜੀ ਹੈਗੀ ਹੈ ਕੈਪੈਸਿਟੀ, ਉਹ ਹੁਣ 40% ਘਟ ਗਈ ਹੈਗੀ ਹੈ। ਉਦੋਂ ਫਿਰ ਸਾਹ ਚੜਦਾ ਹੈਗਾ, ਛੋਟਾ ਸਾਹ ਆਉਂਦਾ ਹੈ, ਸ਼ਾਰਟਨਿੰਗ ਆਫ ਬ੍ਰੈਥ ਆਪਾਂ ਕਹਿੰਦੇ ਹੈਗੇ ਆ, ਉਹ ਹੋ ਜਾਂਦੀ ਹੈਗੀ ਹੈ। ਤੇ ਉਹਦਾ ਮਤਲਬ ਇਹੀ ਹੁੰਦਾ ਹੈ ਕਿ ਹੁਣ ਸਾਹ ਛੋਟਾ ਆਉਣ ਦਾ ਮਤਲਬ ਇਹ ਹੈ ਕਿ ਤੇਜ਼ੀ ਨਾਲ ਆ ਰਿਹਾ ਹੈਗਾ ਤਾਂ ਕਿ ਅਸੀਂ ਵੱਧ ਤੋਂ ਵੱਧ ਆਕਸੀਜਨ
ਆਦਮੀ ਚਾਹੁੰਦਾ ਹੈਗਾ ਕਿਉਂਕਿ ਉਹਨੂੰ ਆਕਸੀਜਨ ਦੀ ਲੋੜ ਹੈਗੀ ਹੈ। ਤਾਂ ਇਹ ਸਾਨੂੰ ਗੱਲਾਂ ਬੜੀਆਂ ਕਲੀਅਰ ਸੀਗੀਆਂ। ਇਹ ਵੀ ਗੱਲ ਆਪਾਂ ਨੂੰ ਕਲੀਅਰ ਸੀਗੀ ਕਿ ਇੱਕ ਦੂਜੀ ਵੇਵ ਵੀ ਆਊਗੀ। ਇਹ ਕੋਈ ਮਤਲਬ ਕਿ ਆਪਾਂ ਕਹਿ ਸਕਦੇ ਨਵੀਂ ਗੱਲ ਨਹੀਂ ਹੈ, ਸਾਡੇ ਕੋਲ ਪੁਰਾਣਾ ਇਤਿਹਾਸ ਵੀ ਹੈ ਕਿ ਮਹਾਂਮਾਰੀਆਂ ਜਿਹੜੀਆਂ ਨੇ ਉਹਨਾਂ ਦੇ 2-3 ਲਹਿਰਾਂ ਜਿਹੜੀਆਂ ਨੇ ਵੇਵਸ ਆਉਂਦੀਆਂ ਹੁੰਦੀਆਂ ਹੈਗੀਆਂ ਨੇ। ਤਾਂ ਇਹ ਵੀ ਸਾਨੂੰ ਪਤਾ ਸੀਗਾ, ਮਾਹਰਾਂ ਨੇ ਦੱਸਿਆ ਸੀਗਾ ਵੀ ਇੱਕ ਦੂਜੀ ਵੇਵ ਵੀ ਆਊਗੀ ਤੇ ਉਹਦੇ ਵਾਸਤੇ ਦੱਸਿਆ ਵੀ ਸੀਗਾ ਕਿ ਸਾਨੂੰ ਕਿਵੇਂ ਤਿਆਰੀ ਕਰਨੀ ਚਾਹੀਦੀ ਹੈ। ਜੇ ਆਪਾਂ ਆਕਸੀਜਨ ਦੀ ਗੱਲ ਕਰੀਏ, ਅੱਜ ਅਸੀਂ ਜ਼ਰੂਰ ਇੱਕ ਆਕਸੀਜਨ ਐਮਰਜੈਂਸੀ ਡਿਕਲੇਅਰ ਕੀਤੀ ਹੋਈ ਹੈ। ਆਕਸੀਜਨ ਐਮਰਜੈਂਸੀ ਡਿਕਲੇਅਰ ਕਰਨ ਦਾ ਨੌਬਤ ਤਾਂ ਆਈ ਕਿ ਅਸੀਂ ਅਕਤੂਬਰ ਦੇ ਵਿੱਚ ਸਾਨੂੰ ਮਾਹਰਾਂ ਨੇ ਦੱਸਿਆ ਵੀ ਜਿਸ ਤਰੀਕੇ ਦੀ ਬਿਮਾਰੀ ਹੈਗੀ ਹੈ ਇਹਦੇ ਵਿੱਚ ਆਕਸੀਜਨ ਦੀ ਵੱਧ ਲੋੜ ਪੈਂਦੀ ਹੈਗੀ ਹੈ ਤੇ ਜਿੰਨੀ ਆਕਸੀਜਨ ਸਾਡੇ ਕੋਲ ਹੈਗੀ ਹੈ ਉਹ ਕਾਫੀ ਜ਼ਿਆਦਾ ਨਹੀਂ ਹੈਗੀ। ਜੇ ਦੂਜੀ ਲਹਿਰ ਆਊਗੀ ਤਾਂ ਸਾਨੂੰ ਵੱਧ ਆਕਸੀਜਨ ਦੀ ਲੋੜ ਪਏਗੀ। ਸਾਨੂੰ ਪਹਿਲਾਂ ਹੀ ਆਕਸੀਜਨ ਦਾ ਇੰਤਜ਼ਾਮ ਕਰਨਾ ਚਾਹੀਦਾ ਹੈਗਾ। ਤੇ ਉਹਨਾਂ ਨੇ ਕਿਹਾ ਵੀ ਰੋਕਣਾ ਚਾਹੂੰਗੀ, ਇਸੇ ਗੱਲ ਦੇ ਨਾਲ ਰਿਲੇਟਡ ਇੱਕ ਗੱਲ ਪੁੱਛਣਾ ਚਾਹੂੰਗੀ ਕਿ ਜੇਕਰ ਸਭ ਕੁਝ ਪ੍ਰਸ਼ਾਸਨ ਅਤੇ ਸਰਕਾਰ ਨੂੰ ਪਤਾ ਸੀ, ਪਤਾ ਨਹੀਂ ਤੁਸੀਂ ਇਸ ਗੱਲ ਦਾ ਜਵਾਬ ਦੇਣਾ ਚਾਹੋਗੇ ਜਾਂ ਨਹੀਂ, ਪਰ ਇਹ ਗੱਲ ਇੱਥੇ ਮਾਇਨੇ ਰੱਖਦੀ ਹੈ ਕਿ ਜੇਕਰ ਪ੍ਰਸ਼ਾਸਨ ਨੂੰ ਸਭ ਕੁਝ ਪਹਿਲਾਂ ਪਤਾ ਸੀ ਤਾਂ ਸਰਕਾਰਾਂ ਦੇ ਵੱਲੋਂ ਅਜਿਹਾ ਕੀ ਨਹੀਂ ਕੀਤਾ ਗਿਆ ਕਿ ਇੰਨੀ ਜ਼ਿਆਦਾ ਬਰਬਾਦੀ ਨਾ ਹੁੰਦੀ। ਜਿਸ ਤਰ੍ਹਾਂ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਲਾਸ਼ਾਂ ਦੇ ਢੇਰ ਲੱਗੇ ਹੋਏ ਨੇ, ਸ਼ਮਸ਼ਾਨ ਘਾਟ ਹੋਵੇ ਜਾਂ ਫਿਰ ਉਸਦੇ ਬਾਹਰ ਹੀ ਕਿਉਂ ਨਾ ਹੋਵੇ। ਮੈਂ ਕਹਿੰਦਾ ਵੀ ਜਵਾਬ ਬਿਲਕੁਲ ਇਹਦਾ ਹੈਗਾ ਕਿ ਸਾਡੀ ਵਿਵਸਥਾ ਜਿਹੜੀ ਹੈਗੀ ਹੈ ਉਸ ਨੇ ਮਤਲਬ ਕਿ ਜ਼ਿੰਮੇਵਾਰੀ ਨਾਲ ਕੰਮ ਨਹੀਂ ਕੀਤਾ। ਕਿਉਂਕਿ ਤੁਸੀਂ ਹਿਸਾਬ ਲਗਾਓ ਕਿ ਮਤਲਬ ਕਿ ਇੱਕ ਪਾਸੇ ਵਿਗਿਆਨੀ ਹੈਗੇ ਨੇ ਜਾਂ ਜਿਹੜੇ ਮਾਹਰ ਨੇ ਉਹ ਆਪਣੀਆਂ ਮੀਟਿੰਗਾਂ ਕਰਕੇ ਦੱਸ ਰਹੇ ਨੇ। ਉਹਨਾਂ ਨੇ ਇਹ ਗੱਲ ਵੀ ਕਹੀ ਵੀ ਤੁਸੀਂ 150 ਜ਼ਿਲ੍ਹਿਆਂ ਦੇ ਵਿੱਚ 162 ਆਕਸੀਜਨ ਦੇ ਪਲਾਂਟ ਲਗਾਓ। ਇਹ ਅਕਤੂਬਰ ਦੀ ਮੀਟਿੰਗ ਦੀਆਂ ਮਤਲਬ ਕਿ ਗਾਈਡਲਾਈਨ ਨੇ। ਉਹਨਾਂ ਨੇ ਉਹਦੇ ਵਾਸਤੇ ਅੰਦਾਜ਼ਾ ਵੀ ਲਗਾਇਆ ਕਿ 200 ਕਰੋੜ ਰੁਪਇਆ ਖਰਚ ਆਏਗਾ ਤੇ ਪੀਐਮ ਕੇਅਰ ਫੰਡ ਵਿੱਚੋਂ 200 ਕਰੋੜ ਰੁਪਇਆ ਸੈਂਕਸ਼ਨ ਵੀ ਕਰਵਾ ਲਿਆ ਗਿਆ। ਸਵਾਲ ਸੀਗਾ ਕਿ ਵੀ ਆਪਾਂ ਇਹਨੂੰ ਮਤਲਬ ਕਿ ਇੰਪਲੀਮੈਂਟ ਕਰਨਾ ਸੀਗਾ, ਇਹਦੇ ਵਾਸਤੇ ਟੈਂਡਰ ਮੰਗਵਾਉਣੇ ਸੀ, ਕੰਪਨੀਆਂ ਨੂੰ ਬੁਲਾਉਣਾ ਸੀ ਜਿਨ੍ਹਾਂ ਨੇ ਆ ਕੇ ਪਲਾਂਟ ਲਗਾਉਣੇ ਸੀਗੇ। ਦਰਅਸਲ ਗੱਲ ਕੀ ਹੋਈ ਹੈ ਕਿ ਅਸੀਂ ਓਵਰ ਕੌਨਫੀਡੈਂਸ ਹੋ ਗਏ, ਸਾਡੇ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਡੇ ਸਾਰਾ ਅਮਲਾ ਜਿਹੜਾ ਹੈਗਾ, ਕਿਉਂਕਿ ਅਸੀਂ ਲਗਭਗ ਦਸੰਬਰ ਦੇ ਵਿੱਚ ਲਗਭਗ ਇਹ ਸੋਚਣ ਲੱਗ ਪਏ ਕਿ ਹੁਣ ਅਸੀਂ ਕਰੋਨਾ ਤੇ ਜਿੱਤ ਹਾਸਲ ਕਰ ਲਈ ਹੈਗੀ ਹੈ। ਯੂਐਨਓ ਦੇ ਵਿੱਚ ਵੀ ਆਪਣੇ ਸਾਡੇ ਪ੍ਰਧਾਨ ਮੰਤਰੀ ਨੇ ਭਾਸ਼ਣ ਦਿੱਤਾ ਵੀ ਅਸੀਂ ਉਦਾਹਰਨ ਬਣੇ ਆ ਦੁਨੀਆ ਵਾਸਤੇ, ਸਾਡੇ ਤੋਂ ਦੁਨੀਆ ਸਿੱਖੇਗੀ ਕਿ ਅਸੀਂ ਕਿਵੇਂ ਕੰਟਰੋਲ ਕੀਤਾ। ਤੇ ਉਹਨਾਂ ਦੀ ਉਹ ਜਿਹੜੀ ਗੱਲ ਸੀਗੀ, ਸਾਡੇ ਹੈਲਥ ਮਿਨਿਸਟਰ ਜਿਹੜੇ ਨੇ ਸੈਂਟਰ ਦੇ ਤੇ ਹੋਰ ਜਿਹੜੇ ਮਤਲਬ ਕਿ ਸੀਗੇ, ਉਹਨਾਂ ਸਾਰਿਆਂ ਨੇ ਵੀ ਗੱਲ ਕਹੀ ਕਿ ਅਸੀਂ ਜਿੱਤ ਹਾਸਲ ਕਰ ਲਈ ਹੈ। ਅਸੀਂ ਫਿਰ ਇੱਕਦਮ ਅਵੇਸਲੇ ਹੋ ਗਏ। ਜਿਹੜੀਆਂ ਥੋੜ੍ਹੀਆਂ ਬਹੁਤੀਆਂ ਮਤਲਬ ਕਿ ਫਾਈਂਡਿੰਗ ਰਿਕਮੈਂਡੇਸ਼ਨਸ ਜਿਹੜੀਆਂ ਹਦਾਇਤਾਂ ਦਿੱਤੀਆਂ ਸੀਗੀਆਂ ਕਮੇਟੀਆਂ ਨੇ ਵੀ ਇਹ ਕਰਨ ਦੀ ਲੋੜ ਹੈਗੀ ਹੈ, ਅਸੀਂ ਉਹ ਵੀ ਨਹੀਂ ਕੀਤਾ। ਵੈਸੇ ਤਾਂ ਇਹ ਸਾਡੇ ਅਦਰਵਾਈਜ਼ ਵੀ ਆਪਾਂ ਜੇ ਕਹੀਏ ਸਾਡਾ ਸਿਹਤ ਸਟਰਕਚਰ ਜਿਹੜਾ ਹੈਗਾ ਆਪਣੇ ਦੇਸ਼ ਦਾ 70 ਸਾਲਾਂ ਦੇ ਵਿੱਚ ਜਿੰਨਾ ਮੁਸਤੈਦ ਹੋਣਾ ਚਾਹੀਦਾ ਸੀਗਾ, ਇੱਕ ਮਿਨੀਮਮ ਘੱਟੋ ਘੱਟ ਜਿੰਨੀ ਲੋੜ ਸੀਗੀ ਸਾਡੇ ਕੋਲ ਉਹ ਵੀ ਹੈ ਨਹੀਂ। ਇਸ ਕਰਕੇ ਆਪਾਂ ਇਹ ਨਾ ਕਹੀਏ ਕਿ ਵਿਵਸਥਾ ਜਿਹੜੀ ਹੈਗੀ ਹੈ ਉਹ ਹੁਣ ਬਰਬਾਦ ਹੋਈ ਹੈ। ਅਸੀਂ ਵਿਵਸਥਾ ਉਸਾਰੀ ਹੋਈ ਨਹੀਂ ਚੰਗੀ ਤਰੀਕੇ ਨਾਲ। ਜੇ ਮੈਂ ਕਹਾਂ ਤਾਂ ਇਹਨੂੰ ਆંકੜਿਆਂ ਨਾਲ ਵੀ ਮੈਂ ਦੱਸ ਸਕਦਾ ਵੀ ਕਿਵੇਂ ਅਸੀਂ ਕੀ ਕਰ ਸਕਦੇ ਸੀ ਜੋ ਅਸੀਂ ਨਹੀਂ ਕੀਤਾ ਆਜ਼ਾਦੀ ਤੋਂ ਬਾਅਦ ਲੋਕਾਂ ਦੀ ਸਿਹਤ ਵਾਸਤੇ। ਹਾਂਜੀ। ਤਾਂ ਕੀ ਸਿਰਫ ਮਾਸਕ ਪਾਉਣ ਦੇ ਨਾਲ, ਹੱਥ ਧੋਣ ਦੇ ਨਾਲ ਅਤੇ ਬਾਕੀ ਲੋਕਾਂ ਤੋਂ ਦੂਰੀ ਬਣਾਉਣ ਦੇ ਨਾਲ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ? ਕਿਉਂਕਿ ਮਾਸਕ ਨੂੰ ਲੈ ਕੇ ਬਹੁਤ ਵਾਰ ਇਹੀ ਚਿੰਤਾ ਜਤਾਈ ਜਾਂਦੀ ਹੈ ਕਿ ਮਾਸਕ ਨਹੀਂ ਪਾਇਆ ਤਾਂ ਕੋਰੋਨਾ ਵਾਇਰਸ ਹੋ ਜਾਵੇਗਾ, ਤੇ ਕਿਸ ਤਰ੍ਹਾਂ ਦਾ ਮਾਸਕ ਪਾਉਣਾ ਚਾਹੀਦਾ ਹੈ? ਨਹੀਂ ਦੇਖੋ ਪਤਾ ਹਿਸਾਬ ਹੈ ਵੀ ਆਪਾਂ ਮਤਲਬ ਕਿ ਮੈਂ ਇਹਨੂੰ ਕਈ ਥਾਵਾਂ ਤੇ ਗੱਲ ਕਹਿ ਰਿਹਾ ਹੈਗਾ ਵੀ ਤੁਸੀਂ ਦੇਖੋ ਵੀ ਜੇ ਅਸੀਂ ਕਰੋਨਾ ਸ਼ਬਦ ਹਟਾ ਦਈਏ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵਾਇਰਲ ਫੀਵਰ ਹੈਗਾ ਜਿਹੜਾ ਕਿ ਅਸੀਂ ਕੋਈ ਪਹਿਲੀ ਵਾਰੀ ਨਹੀਂ ਦੇਖ ਰਹੇ। ਅਸੀਂ ਕਹਿੰਦੇ ਨੇ ਕਿ ਪੂਰੇ ਸ਼ਹਿਰ ਦੇ ਵਿੱਚ ਵਾਇਰਲ ਫੀਵਰ ਫੈਲਿਆ ਹੋਇਆ ਹੈਗਾ, ਇਹ ਬੁਖਾਰ ਇੱਕ ਚੱਲਿਆ ਹੋਇਆ। ਪਰਿਵਾਰ ਦੇ ਵਿੱਚ ਵੀ ਹੁੰਦਾ ਸੀਗਾ, ਇੱਕ ਨੂੰ ਵਾਇਰਲ ਬੁਖਾਰ ਹੁੰਦਾ ਸੀਗਾ, ਲਗਭਗ ਜਿੰਨੇ ਵੀ ਜੀ ਹੁੰਦੇ ਸੀ 4-5 ਵਾਰੀ ਸਿਰ ਉਹਨਾਂ ਦੀ ਵਾਰੀ ਆਉਂਦੀ ਸੀਗੀ। ਅਸੀਂ ਤੇ ਜਦੋਂ ਵੀ ਇਹ ਵਾਇਰਲ ਬੁਖਾਰ ਹੁੰਦਾ ਸੀ ਆਪਾਂ ਕਹੋਗੇ ਸਿੰਪਲ ਫਲੂ ਹੈਗਾ, ਨਜ਼ਲਾ ਜ਼ੁਕਾਮ ਵੀ ਆਪਾਂ ਕਹਿ ਸਕਦੇ ਹਾਂ ਵੀ ਉਹ ਹੈਗਾ। ਜਦੋਂ ਵੀ ਸਾਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਸੀਗੀ ਅਸੀਂ ਮਾਸਕ ਦੀ ਗੱਲ ਤਾਂ ਆਪਾਂ ਚਲੋ ਵੱਡੇ ਪੱਧਰ ਤੇ ਹੁਣ ਆਪਾਂ ਕਰ ਰਹੇ ਹੈਗੇ, ਪਰ ਤੁਸੀਂ ਦੇਖੋ ਵੀ ਅਸੀਂ ਆਪਣੇ ਵਾਸਤੇ ਇੱਕ ਵੱਖਰਾ ਰੁਮਾਲ ਰੱਖਦੇ ਸੀਗੇ। ਅਸੀਂ ਘਰ ਦੇ ਵਿੱਚ ਵੀ ਆਉਂਦੇ ਸੀਗੇ ਤਾਂ ਜੇ ਸਾਨੂੰ ਕੋਈ ਮਿਲਣ ਵੀ ਆਉਂਦਾ ਸੀਗਾ, ਸਾਨੂੰ ਗਲਵੱਕੜੀ ਵਿੱਚ ਲੈਣਾ ਚਾਹੁੰਦਾ ਸੀ, ਅਸੀਂ ਉਹਨੂੰ ਕਹਿੰਦੇ ਸੀਗੇ ਨਹੀਂ ਯਾਰ ਮੈਨੂੰ ਜ਼ੁਕਾਮ ਹੋਇਆ ਹੈ, ਤੂੰ ਮੇਰੇ ਤੋਂ ਅੱਜ ਥੋੜਾ ਜਿਹਾ ਦੂਰ ਰਹਿ ਜਾਂ ਮੈਂ ਤੇਰੇ ਤੋਂ ਦੂਰ ਰਹਿਣਾ। ਐਵੇਂ ਅਸੀਂ ਆਪਣੇ ਮਤਲਬ ਕਿ ਬੱਚਿਆਂ ਨੂੰ ਚੁੱਕਣ ਲੱਗਿਆ ਜਾਂ ਆਪਣੇ ਹੋਰ ਮਤਲਬ ਘਰ ਦੇ ਸਾਰੇ ਮੈਂਬਰਾਂ ਦੇ ਕੋਲ ਨੇੜੇ ਜਾਂਦਿਆਂ ਵੀ ਅਸੀਂ ਥੋੜਾ ਆਪ ਹੀ ਪਰਹੇਜ਼ ਕਰਦੇ ਸੀਗੇ। ਇਹ ਹੈਲਥ ਹਾਈਜੀਨ ਹੈਗੀ ਹੈ, ਇਹ ਸਿਹਤਮੰਦ ਆਦਤਾਂ ਹੈਗੀਆਂ ਨੇ, ਸਾਨੂੰ ਪਤਾ ਵੀ ਇਹ ਫੈਲਦਾ ਹੈਗਾ। ਇਹ ਉਹੀ ਸਾਰੀਆਂ ਗੱਲਾਂ ਨੂੰ ਹੁਣ ਅਸੀਂ ਹੋਰ ਮਤਲਬ ਕਿ ਤਰੀਕੇ ਦੇ ਨਾਲ ਮਾਸਕ ਦੇ ਰੂਪ ਦੇ ਵਿੱਚ ਗੱਲ ਕਰਤੀ ਹੈਗੀ ਹੈ ਜਾਂ ਮਤਲਬ ਕਿ ਸੈਨੀਟਾਈਜ਼ਰ ਦੀ ਗੱਲ ਹੈਗੀ ਹੈ। ਹੁਣ ਸੈਨੀਟਾਈਜ਼ਰ ਹੱਥ ਧੋਣ ਦੀ ਜਿਹੜੀ ਗੱਲ ਹੈਗੀ ਹੈ, ਆਪਾਂ ਸੈਨੀਟਾਈਜ਼ਰ ਨੂੰ ਇੰਨਾ ਮਤਲਬ ਕਿ ਜ਼ਿਆਦਾ ਵਧਾ ਚੜਾ ਕੇ ਪੇਸ਼ ਕੀਤਾ ਹੈਗਾ, ਜਦੋਂ ਕਿ ਸਿੰਪਲ ਸਾਬਣ ਦੇ ਨਾਲ ਹੱਥ ਧੋਣ ਦੇ ਨਾਲ ਇਹ ਸਾਡੀਆਂ ਆਦਤਾਂ ਨੇ। ਅਸੀਂ ਸਕੂਲ 'ਚ ਬੱਚਿਆਂ ਨੂੰ ਸਕੂਲ ਦੇ ਵਿੱਚ ਸਿਖਾਉਂਦੇ ਹੈਗੇ ਆ, ਬਚਪਨ ਦੇ ਵਿੱਚ ਸਿਖਾਉਂਦੇ ਹੈਗੇ ਆ ਵੀ ਸਾਨੂੰ ਹੱਥ ਧੋਣੇ ਚਾਹੀਦੇ ਨੇ, ਦਿਨ 'ਚ 2-3 ਵਾਰੀ ਜ਼ਰੂਰ ਹੱਥ ਧੋਣੇ ਚਾਹੀਦੇ ਨੇ, ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਚਾਹੀਦੇ ਨੇ, ਟਾਇਲਟ ਤੋਂ ਬਾਅਦ ਧੋਣੇ ਚਾਹੀਦੇ ਨੇ। ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਹਨਾਂ ਨੂੰ ਹੁਣ ਅਸੀਂ ਹੋਰ ਬੜੇ ਵਧੀਆ ਹੋਰ ਨਵੇਂ ਢੰਗ ਦੇ ਨਾਲ ਆਪਾਂ ਕਹਿ ਲਓ ਕਿ ਇੱਕ ਇੰਡਸਟਰੀ ਨੂੰ ਵਿੱਚ ਇਨਵੋਲਵ ਕਰ ਲਿਆ। ਸੈਨੀਟਾਈਜ਼ਰ ਵਾਲੀ ਕੰਪਨੀ ਆ ਗਈ ਵਿੱਚ, ਜਾਂ ਮਤਲਬ ਕਿ ਹੁਣ ਡਿਟੋਲ ਵਾਲੇ ਆਪਣੀ ਮਸ਼ਹੂਰੀ ਕਰੀ ਜਾਂਦੇ ਨੇ,
ਉਹ ਆਪਣਾ ਸਾਬਣ ਵੇਚੀ ਜਾਂਦੇ ਨੇ ਇਹ ਕਹਿ ਕੇ ਕਿ ਹੁਣ ਕਰੋਨਾ ਨੂੰ ਮਾਰੂਗਾ, ਜਦੋਂ ਕਿ ਕੋਈ ਵੀ ਸਧਾਰਨ ਤੋਂ ਸਧਾਰਨ ਸਾਬਣ ਜਿਹੜਾ ਹੈਗਾ ਉਹ ਵੀ ਮਤਲਬ ਕਰ ਸਕਦਾ ਹੈਗਾ। ਗੱਲ ਮਾਸਕ ਤੇ ਵੀ ਕਰੀਏ, ਜੇ ਮਾਸਕ ਦੀ ਗੱਲ ਹੈਗੀ ਹੈ, ਦੇਖੋ ਮਾਸਕ ਦਾ ਹੈਗਾ ਤਾਂ ਇਹ ਜਿਹੜਾ ਕੋਈ ਵੀ ਵਾਇਰਸ ਜਿਹੜਾ ਹੁੰਦਾ ਹੈਗਾ ਉਹਨੇ ਮਤਲਬ ਨੋਜ਼ ਦੇ ਰਾਹੀਂ, ਨੱਕ ਦੇ ਰਾਹੀਂ, ਸਾਹ ਪ੍ਰਣਾਲੀ ਦੇ ਰਾਹੀਂ ਅੰਦਰ ਜਾਣਾ ਹੈਗਾ। ਅਸੀਂ ਮਤਲਬ ਕਿ ਉਸ ਨੂੰ ਰੋਕਣਾ ਕੀ ਹੈ, ਦਰਅਸਲ ਇਹ ਹਵਾ ਵਿੱਚ ਫੈਲਣ ਵਾਲਾ ਵਾਇਰਸ ਨਹੀਂ ਹੈਗਾ, ਭਾਵੇਂ ਜੋ ਮਰਜੀ ਉਹ ਹਵਾ 'ਚ ਫੈਲਣ ਵਾਲੀ ਗੱਲ ਉਹ ਹੈਗੀ ਹੈ। ਜਿਹੜਾ ਅਸੀਂ 6 ਫੁੱਟ ਦਾ ਡਿਫਰੈਂਸ ਰੱਖਿਆ ਹੈਗਾ ਡਿਸਟੈਂਸ, ਉਹ 6 ਫੁੱਟ ਦਾ ਡਿਸਟੈਂਸ ਇਸ ਕਰਕੇ ਹੈਗਾ ਕਿ ਜੇ ਕਿਸੇ ਨੂੰ ਛਿੱਕ ਆਉਂਦੀ ਹੈ ਜਾਂ ਕੋਈ ਬੰਦੇ ਨੂੰ ਖਾਂਸੀ ਆਉਂਦੀ ਹੈਗੀ ਹੈ ਤਾਂ ਜਿਹੜਾ ਸਾਡੇ ਨੱਕ ਜਾਂ ਮੂੰਹ 'ਚੋਂ ਰੇਸ਼ਾ ਨਿਕਲਦਾ ਹੈਗਾ, ਉਹਦੇ ਜਿਹੜੇ ਭਾਰੀ ਕਣ ਹੁੰਦੇ ਨੇ ਉਹ ਉਸੇ ਵਕਤ ਡਿੱਗ ਪੈਂਦੇ ਨੇ, ਸਾਨੂੰ ਨਜ਼ਰ ਵੀ ਆਉਂਦੇ ਨੇ ਵੀ ਉਹ ਡਿੱਗ ਪਏ ਨੇ। ਜਾਂ ਅਸੀਂ ਨੱਕ ਦੇ ਸਾਹਮਣੇ ਆਪਣੇ ਹਥੇਲੀ ਰੱਖ ਲੈਂਦੇ ਹਾਂ ਤਾਂ ਸਾਡੀ ਹੱਥ ਦੇ ਉੱਤੇ ਕੁਝ ਮਤਲਬ ਕਿ ਕਣ ਆ ਜਾਂਦੇ ਹੈਗੇ ਨੇ, ਉਹ ਜੇ ਹੱਥ ਵਿੱਚ ਨਹੀਂ ਆਉਂਦੇ ਤਾਂ ਜ਼ਮੀਨ ਤੇ ਡਿੱਗਣੇ ਸੀਗੇ। ਅਸੀਂ ਬੈਠੇ ਮੇਜ਼ ਤੇ ਡਿੱਗਣੇ ਸੀਗੇ। ਜੇ ਅਸੀਂ ਸ਼ੁਰੂ ਵਿੱਚ ਕਿਹਾ ਵੀ ਅਸੀਂ ਇਹਨਾਂ ਤੋਂ ਰੱਖੀਏ ਵੀ ਜਿੱਥੇ ਕਿਤੇ ਹੈਗਾ ਹੱਥ ਲੱਗ ਜਾਏ ਤਾਂ ਫਿਰ ਅਸੀਂ ਹੱਥ ਧੋ ਲਈਏ। ਇਹ ਵੱਧ ਤੋਂ ਵੱਧ 6 ਫੁੱਟ ਤੱਕ ਮਤਲਬ ਕਿ ਅੱਗੇ ਜਾ ਸਕਦਾ ਹੈਗਾ। ਇਹ ਮਤਲਬ ਕਿ ਟੈਕਨੀਕਲੀ ਇਹ ਟੈਲੀਸਕੋਪ ਰਾਹੀਂ ਲਾ ਕੇ ਦੇਖਿਆ ਗਿਆ ਹੈਗਾ ਕਿ ਜਿਹੜਾ ਵਾਇਰਸ ਹੈਗਾ ਜੇ ਉਹ ਨੱਕ ਚੋਂ ਨਿਕਲਦਾ ਹੈਗਾ, ਜੇ ਭਾਰੀ ਕਣਾਂ ਦੇ ਵਿੱਚ ਤਰਲ ਪਦਾਰਥ ਹੋਊਗਾ ਉਹ ਡਿੱਗ ਪੈਣਗੇ ਇਮੀਡੀਏਟਲੀ। ਫਿਰ ਜਿਹੜਾ ਹੋਰ ਹਲਕਾ ਹੋਊਗਾ ਉਹ ਥੋੜਾ ਅੱਗੇ ਜਾਊਗਾ। ਵੱਧ ਤੋਂ ਵੱਧ ਇਹ 6 ਫੁੱਟ ਅੱਗੇ ਜਾ ਸਕਦਾ ਹੈਗਾ। ਹੋਰ ਜੇ ਪਲੱਸ ਮਾਈਨਸ ਕਰ ਲਈਏ ਤਾਂ ਇਹਨਾਂ ਨੇ ਕਿਹਾ ਵੀ 8 ਫੁੱਟ ਤੋਂ ਅੱਗੇ ਇਹ ਬਿਲਕੁਲ ਨਹੀਂ ਜਾਂਦਾ। ਉਹ ਜਿਹੜਾ ਅੱਗੇ ਜਾ ਰਿਹਾ ਹੈਗਾ ਉਹ ਹਵਾ ਦੇ ਰਾਹੀਂ ਉਹ ਮਤਲਬ ਕਿ ਤੈਰ ਕੇ ਜਾ ਰਿਹਾ ਹੈਗਾ, ਉਹ ਹਵਾ ਦੇ ਵਿੱਚ ਹੈ ਨਹੀਂ। ਉਹ ਕਿਉਂਕਿ ਤੁਸੀਂ ਛਿੱਕ ਮਾਰੀ ਹੈ, ਉਹ ਕਿੰਨੀ ਕੁ ਦੇਰ ਉੱਥੇ ਰਹਿੰਦਾ ਹੈਗਾ ਉਹ ਇੱਕ ਅਲੱਗ ਮਤਲਬ ਕਿ ਹੈਗਾ, ਪਰ ਉਹਦਾ ਕੋਈ ਬਹੁਤ ਜ਼ਿਆਦਾ ਲਾਈਫ ਨਹੀਂ ਹੈ। ਹਰੇਕ ਵਾਇਰਸ ਦੀ ਆਪਣੀ ਇੱਕ ਲਾਈਫ ਹੁੰਦੀ ਹੈਗੀ ਹੈ। ਤਾਂ ਇਸ ਕਰਕੇ ਅਸੀਂ ਉਸ 8 ਫੁੱਟ ਦੇ ਏਰੀਏ ਦੇ ਵਿੱਚ ਜਾਂ 6 ਫੁੱਟ ਦੇ ਏਰੀਏ ਦੇ ਵਿੱਚ ਜਿੱਥੇ ਬੈਠੇ ਹੈਗੇ ਆ, ਅਸੀਂ ਉਹਦਾ ਡਿਸਟੈਂਸ ਮੇਨਟੇਨ ਕਰਨੀ ਹੈ। ਸਾਡੇ ਸਾਹਮਣੇ ਕੋਈ ਛਿੱਕ ਮਾਰੂਗਾ ਤਾਂ ਵੀ, ਪਰ ਜੇ ਤੁਸੀਂ ਮਾਸਕ ਪਾਇਆ ਹੋਊਗਾ ਤਾਂ ਉਹ ਜਿਹੜੇ ਨੇ ਉਹ ਤੁਹਾਡੇ ਜਿਹੜੀ ਕੱਪੜਾ ਹੈਗਾ ਉੱਥੇ, ਭਾਵੇਂ ਤੁਸੀਂ ਰੁਮਾਲ ਬੰਨਿਆ ਹੈਗਾ ਤਰੀਕੇ ਦੇ ਨਾਲ, ਜੇ ਤੁਸੀਂ ਮਾਸਕ ਪਾਇਆ, ਚਾਹੇ ਤੁਸੀਂ ਪਰਨਾ ਲਿਆ ਹੈਗਾ, ਚਾਹੇ ਕਿਸੇ ਨੇ ਚੁੰਨੀ ਲਈ ਹੈਗੀ ਹੈ, ਕੋਈ ਵੀ ਚੀਜ਼ ਨਾਲ ਤੁਸੀਂ ਉਸ ਨੂੰ ਬਚਾ ਸਕਦੇ ਹੈਗੇ ਹੋ। ਪਰ ਅਸੀਂ ਜੇ ਸਹੀ ਮੈਨੇ ਜੇ ਕਹਿ ਰਹੇ ਨੇ ਕਿ ਮਾਸਕ ਰਾਹੀਂ ਮਤਲਬ ਕਿ ਇੱਕਦਮ ਜੇ ਹਵਾ ਰਾਹੀਂ ਹੈਗਾ ਤਾਂ ਫਿਰ ਜੋ ਮਾਸਕ ਅਸੀਂ ਪਾ ਰਹੇ ਹਾਂ ਉਹ ਨਹੀਂ ਬਚਾ ਸਕਦਾ। ਉਹਦੇ ਵਾਸਤੇ ਇੱਕ ਬਿਲਕੁਲ ਮਤਲਬ ਕਿ ਵਾਟਰ ਟਾਈਟ, ਹਵਾ ਤੋਂ ਵੀ ਟਾਈਟ, ਬਿਲਕੁਲ ਨੱਕ ਜਿਹੜਾ ਹੈਗਾ ਤੇ ਉਹ ਮਤਲਬ ਕਿ ਅੱਖਾਂ ਦੇ ਥੱਲੇ ਤੇ ਸਾਡਾ ਮੂੰਹ ਕਵਰ ਕਰੇ, ਤਾਂ ਉਹਦਾ ਇੱਕ ਤਰੀਕਾ ਹੈਗਾ। ਜੇ ਅਸੀਂ ਫੂਕ ਮਾਰੀਏ ਮਾਸਕ ਪਾ ਕੇ ਤਾਂ ਜਿਹੜੀ ਹਵਾ ਹੈਗੀ ਹੈ ਉਹ ਸਾਡੇ ਅੱਖਾਂ ਦੇ ਉੱਤੇ ਮਹਿਸੂਸ ਨਹੀਂ ਹੋਣੀ ਚਾਹੀਦੀ। ਜੇ ਅਸੀਂ ਚਸ਼ਮਾ ਪਾਇਆ ਹੋਇਆ ਹੈਗਾ ਤਾਂ ਤੁਹਾਡੇ ਇੱਥੇ ਜੇ ਉਹ ਮਤਲਬ ਕਿ ਧੁੰਦਲਾਪਨ ਆ ਜਾਂਦਾ ਹੈਗਾ, ਇਹਦਾ ਮਤਲਬ ਉਹ ਮਾਸਕ ਵਧੀਆ ਨਹੀਂ ਹੈਗਾ। ਇਹ ਮੈਡੀਕਲ ਮਾਸਕ ਹੁੰਦਾ ਹੈਗਾ ਜਿਹੜਾ ਮੈਡੀਕਲੀ ਜਿਹੜੇ ਅਸੀਂ ਵਾਰਡਾਂ ਦੇ ਜਿਹੜੇ ਸਾਡੇ ਐਕਸਪਰਟ ਨੇ ਇਹੋ ਜਿਹੇ ਮਰੀਜ਼ਾਂ ਨੂੰ ਡੀਲ ਕਰਦੇ ਨੇ, ਕਿਉਂਕਿ ਉਹ ਨੇੜੇ ਹੁੰਦੇ ਨੇ, ਕਈ ਵਾਰੀ ਤੁਹਾਨੂੰ ਬਿਲਕੁਲ ਮੂੰਹ ਦੇ ਨੇੜੇ ਆ ਕੇ ਉਹਦੇ ਕਰਨਾ ਪੈਂਦਾ, ਉਹਨਾਂ ਦੇ ਵਾਸਤੇ ਹੁੰਦੇ ਨੇ। ਪਰ ਜੇ ਸਿੰਪਲ ਬਚਾਉਣ ਦੇ ਵਾਸਤੇ ਹੈਗਾ ਤਾਂ ਤੁਸੀਂ ਚੰਗੀ ਤਰੀਕੇ ਦੇ ਨਾਲ ਆਪਣਾ ਮਤਲਬ ਕਿ ਮੂੰਹ ਢੱਕਿਆ ਹੋਵੇ, ਤਾਂ ਕਿ ਜਿਹੜੇ ਵੀ ਕੋਈ ਵਾਇਰਸ ਦੇ ਜਿਹੜੇ ਕੰਨ ਨੇ ਮਤਲਬ ਕਿ ਜਿਹੜੇ ਉਹ ਤੁਹਾਡੇ ਘੱਟੋ ਘੱਟ ਫੇਸ ਦੇ ਉੱਤੇ ਜਿਹੜੇ ਨੇ ਉਹ ਮਾਸਕ ਤੇ ਹੀ ਮਤਲਬ ਕਿ ਜਿਹੜੇ ਨੇ ਰਹਿ ਜਾਣ, ਤਾਂ ਕਿ ਤੁਹਾਡੇ ਨੱਕ ਦੇ ਵਿੱਚ ਨਾ ਜਾ ਸਕੇ। ਜੀ, ਡਾਕਟਰ ਸਾਹਿਬ ਇੱਕ ਹੋਰ ਅਹਿਮ ਜਾਣਕਾਰੀ ਤੁਹਾਡੇ ਤੋਂ ਲੈਣਾ ਚਾਹਾਂਗੇ ਕਿ ਜਦੋਂ ਵੀ ਕਿਸੇ ਨੂੰ ਕੋਰੋਨਾ ਵਾਇਰਸ ਹੁੰਦਾ ਤਾਂ ਉਸਨੂੰ ਆਈਸੋਲੇਟ ਕਰ ਦਿੱਤਾ ਜਾਂਦਾ ਹੈ, ਪਰ ਉਸ ਆਈਸੋਲੇਸ਼ਨ ਟਾਈਮ ਦੇ ਵਿੱਚ ਜਦੋਂ ਕੋਈ ਘਰ ਦੇ ਵਿੱਚ ਇਕੱਲਾ ਰਹਿ ਰਿਹਾ ਹੋਵੇ, ਕਮਰੇ ਦੇ ਵਿੱਚ ਇਕੱਲਾ ਰਹਿ ਰਿਹਾ ਹੋਵੇ, ਤਾਂ ਆਪਣੇ ਅੰਦਰ ਪੋਜ਼ਿਟਿਵ એનર્ਜੀ ਕਿਵੇਂ ਰੱਖੇ ਤੇ ਇਸ ਡਰ ਤੋਂ ਕਿਵੇਂ ਦੂਰ ਰਹੇ ਕਿ ਮੈਂ ਨਹੀਂ ਮਰਾਂਗਾ, ਕਿਉਂਕਿ ਲੋਕਾਂ ਦੇ ਵਿੱਚ ਇਹ ਡਰ ਬਣਿਆ ਹੋਇਆ ਕਿ ਕੋਰੋਨਾ ਹੋ ਗਿਆ ਮਤਲਬ ਮੌਤ ਆ ਗਈ। ਨਹੀਂ, ਬਿਲਕੁਲ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ, ਜਿਹੜੀ ਅਸੀਂ ਸਭ ਤੋਂ ਵੱਡੀ ਜਿਹੜੀ ਗਲਤੀ ਕੀਤੀ ਹੈ ਜਾਂ ਇਸ ਸਮੇਂ ਦੇ ਵਿੱਚ ਪਿਛਲੇ 1.5 ਸਾਲ ਦੇ ਵਿੱਚ ਜਿਹੜਾ ਇੱਕ ਗਲਤ ਮੈਸੇਜ ਲੋਕਾਂ ਤੱਕ ਪਹੁੰਚਾਇਆ ਹੈਗਾ, ਉਹਦਾ ਮਤਲਬ ਹੈਗਾ ਵੀ ਕਰੋਨਾ ਮਤਲਬ ਮੌਤ। ਜਦੋਂ ਕਿ ਮੈਂ ਤੁਹਾਨੂੰ ਜਿਹੜੀ ਦੱਸੀ ਹੈਗੀ ਹੈ ਪਹਿਲਾਂ ਵੀ 80-85% ਨੂੰ ਇਹ ਹੁੰਦਾ ਹੈਗਾ ਤੇ ਪਤਾ ਵੀ ਨਹੀਂ ਚੱਲਦਾ, ਜਾਂ ਉਹਨੂੰ ਬਹੁਤ ਮਾਮੂਲੀ ਸਿੰਪਟਮ ਹੁੰਦੇ ਨੇ ਜੋ ਇੱਕ ਦਾ ਦਿਨ ਹੀ ਰਹਿੰਦੇ ਨੇ। ਤੁਸੀਂ ਸ਼ਾਮ ਨੂੰ ਘਰੇ ਆਏ ਥੱਕੇ ਹੋਏ ਮਹਿਸੂਸ ਕਰ ਰਹੇ ਹੋ ਸਕਦਾ ਕਿ ਕਰੋਨਾ ਕਰਕੇ ਥੱਕੇ ਹੋਵੋ, ਪਰ ਤੁਹਾਨੂੰ ਪਤਾ ਵੀ ਨਹੀਂ ਚੱਲਦਾ। ਰਾਤ ਨੂੰ ਸੋ ਜਾਂਦੇ, ਤੁਸੀਂ ਸਵੇਰੇ ਠੀਕ ਹੁੰਦੇ ਹੋ, ਤੁਸੀਂ ਟੈਸਟ ਕਰਾਉਂਦੇ ਹੋ। ਹੁਣ ਵੀ ਤੁਸੀਂ ਦੇਖਿਆ ਹੋਊਗਾ ਜਦੋਂ ਇਹ ਸਕੂਲ ਖੋਲੇ ਗਏ ਤਾਂ ਸਾਰੇ ਟੀਚਰਸ ਨੂੰ ਮਤਲਬ ਕਿ ਇਹਨਾਂ ਨੂੰ ਕਿਹਾ ਵੀ ਪਹਿਲਾਂ ਟੈਸਟ ਕਰਾਓ ਫਿਰ ਸਕੂਲ 'ਚ ਆਉਣਾ। ਉਹ ਦੇਖਿਆ ਗਿਆ ਕਿ 30-40 ਟੀਚਰ ਹੈਗੇ ਨੇ, ਸਭ ਦਾ ਟੈਸਟ ਕਰਾਇਆ ਗਿਆ, ਉਹਨਾਂ 'ਚੋਂ 4-5 ਲੋਕ ਪੋਜ਼ਿਟਿਵ ਆਏ, ਉਹ ਬਿਲਕੁਲ ਠੀਕ ਠਾਕ ਸੀਗੇ। ਮੇਰਾ ਕਹਿੰਦਾ ਨਾ ਇੱਕ ਵੱਡੀ ਗਿਣਤੀ ਹੈਗੀ ਹੈ ਜਿਨ੍ਹਾਂ ਨੂੰ ਪੋਜ਼ਿਟਿਵ ਹੈਗਾ ਪਰ ਉਹ ਬਿਲਕੁਲ ਠੀਕ ਠਾਕ ਨੇ। 12-13% ਨੇ ਜਿਨ੍ਹਾਂ ਨੂੰ ਮਤਲਬ ਕਿ ਇਹ ਦੂਜੇ ਦਰਜੇ ਦਾ ਹੁੰਦਾ, ਸੈਕੰਡ ਪੜਾਅ ਹੈਗਾ, ਜਿਸ 'ਚ ਗਲਾ ਖਰਾਬ ਹੁੰਦਾ, ਖਾਂਸੀ ਹੁੰਦੀ ਹੈ, ਜਾਂ ਆਪਾਂ ਕਹਿ ਸਕਦੇ ਜਿਹਦੇ ਤੁਸੀਂ ਕਲੋਸੀਨ ਦੀ ਗੋਲੀ, ਪੈਰਾਸੀਟਾਮੋਲ ਤੇ ਪਲੱਸ ਜੇ ਕੋਈ ਸਿਟਰਾਜੀਨ ਦੀ ਗੋਲੀ ਖਾ ਲੈਂਦੇ ਹੋ ਤੇ ਕੁਝ ਗਰਮ ਚੀਜ਼ਾਂ ਪੀਂਦੇ ਹੈਗੇ ਹੋ, ਚਾਹੇ ਉਹ ਕੌਫੀ ਹੈ, ਚਾਹ ਹੈਗੀ ਹੈ, ਚਾਹੇ ਗਰਮ ਪਾਣੀ ਵੀ ਤੁਸੀਂ ਪੀਂਦੇ ਹੋ 3-4 ਵਾਰੀ ਗਲੇ ਨੂੰ ਮਤਲਬ ਕਿ ਥੋੜਾ ਜਿਹਾ ਖੁਸ਼ਕ ਜਿਹੜਾ ਹੈਗਾ ਉਹਨੂੰ ਠੀਕ ਕਰਨ ਦੇ ਵਾਸਤੇ, ਤਾਂ ਤੁਸੀਂ 3-4 ਦਿਨਾਂ ਵਿੱਚ ਠੀਕ ਹੋ ਜਾਂਦੇ ਹੈਗੇ ਹੋ। ਤੀਸਰਾ ਪੜਾਅ ਹੋਏਗਾ ਜਿੱਥੇ ਉਹ ਫੇਫੜਿਆਂ 'ਚ ਪਹੁੰਚਦਾ ਹੈਗਾ। ਇਹ ਤਕਰੀਬਨ 4-5% ਲੋਕ ਨੇ। 4-5% ਲੋਕ ਵੀ ਜਿਹੜੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਵੀ ਲਗਭਗ 3-3.5% ਠੀਕ ਹੋ ਜਾਂਦੇ ਨੇ। ਹੁਣ ਵੀ ਆਪਾਂ ਦੇਖ ਲਈ ਤਾਂ ਅੱਜ ਤੱਕ ਟੋਟਲ ਡੈਥ ਰੇਟ ਜਿਹੜਾ ਹੈਗਾ
ਜਿੰਨੀਆਂ ਵੀ ਮੌਤਾਂ ਹੋਈਆਂ ਨੇ ਜਾਂ ਜਿੰਨੇ ਵੀ ਟੋਟਲ ਪੋਜ਼ਿਟਿਵ ਕੇਸ ਆਏ ਨੇ, ਇਹ 1.5% ਵੀ ਨਹੀਂ ਬਣਦਾ। ਤਾਂ ਮੈਂ ਕਹਿਣਾ ਕਿ ਇਹਨੂੰ ਇਸ ਤਰ੍ਹਾਂ ਸਮਝਣਾ ਚਾਹੀਦਾ ਹੈ, ਪੋਜ਼ਿਟਿਵਿਟੀ ਇੱਥੋਂ ਆਊਗੀ ਜੇ ਅਸੀਂ ਸਗੋਂ ਮਤਲਬ ਕਿ ਇਹ ਹੀ ਕਿਹਾ ਹੁੰਦਾ ਆਪਣੇ ਟੀਵੀ ਮੀਡੀਆ ਨੂੰ ਵੀ ਤੁਸੀਂ ਕਹੋਗੇ ਵੀ ਜੇ ਤੁਹਾਨੂੰ ਪੋਜ਼ਿਟਿਵ ਆ ਵੀ ਗਿਆ ਹੈਗਾ, ਤੁਸੀਂ ਥੋੜ੍ਹੇ ਜਿਹੇ ਇਹਤਿਆਤ ਵਰਤੋ, ਡਰਨ ਦੀ ਲੋੜ ਨਹੀਂ ਹੈਗੀ। 98.5% ਚਾਂਸਿਸ ਨੇ ਕਿ ਤੁਸੀਂ ਠੀਕ ਹੋ ਜਾਓਗੇ। 1.5% ਜਿਹੜੀ ਡੈਥ ਸਿਰਫ ਹੈਗੀ ਹੈ, ਉਹ ਡੈਥ ਵੀ ਤੁਸੀਂ ਦੇਖੋ ਅੱਗੋਂ ਦਾ ਵਿਸ਼ਲੇਸ਼ਣ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਉਹਦੇ 'ਚ ਸ਼ੂਗਰ ਰੋਗ ਹੈਗੀ ਆ, ਜਿਹਨੂੰ ਦਿਲ ਦੀ ਬਿਮਾਰੀ ਹੈਗੀ ਹੈ ਪਹਿਲਾਂ, ਜਿਹਨੂੰ ਪਹਿਲਾਂ ਅਸਥਮਾ ਹੈਗਾ, ਜਿਹਨੂੰ ਪਹਿਲਾਂ ਮਤਲਬ ਕਿ ਕੋਈ ਕੈਂਸਰ ਹੈਗਾ ਤੇ ਉਹਦੀਆਂ ਦਵਾਈਆਂ ਖਾ ਰਿਹਾ ਹੈਗਾ, ਉਹ ਲੋਕ ਨੇ ਮਰਨ ਵਾਲੇ। ਬਿਲਕੁਲ ਸਿਹਤਮੰਦ ਜਿਹੜੇ ਨੇ, ਬਿਲਕੁਲ ਠੀਕ ਠਾਕ ਜਿਹੜੇ ਹੈਗੇ ਨੇ, ਉਹਨਾਂ ਦੇ ਵਿੱਚੋਂ ਮਰਨ ਵਾਲਿਆਂ ਦੀ ਗਿਣਤੀ ਬਹੁਤ ਬਹੁਤ ਘੱਟ ਹੈਗੀ ਆ। ਇਸ ਕਰਕੇ ਇਹ ਦੇਖਣਾ ਚਾਹੀਦਾ ਹੈ ਕਿ ਮਰਨ ਦੀ ਸੰਭਾਵਨਾ ਜਿਹੜੀ ਹੈਗੀ ਹੈ ਇਸ ਬਿਮਾਰੀ ਨਾਲ ਬਹੁਤ ਘੱਟ ਹੈਗੀ ਹੈ, ਸਿਰਫ ਇਹਤਿਆਤ ਵਰਤਣ ਦੀ ਲੋੜ ਹੈਗੀ ਹੈ। ਹਾਂਜੀ। ਜੀ, ਆਰਟੀ-ਪੀਸੀਆਰ ਐਂਟੀ ਟੈਸਟਿੰਗ ਬॉडी ਕੀ ਹੈ ਆਖਿਰਕਾਰ ਡਾਕਟਰ ਸਾਹਿਬ? ਜੀ ਇਹ ਆਰਟੀ-ਪੀਸੀਆਰ ਤੋਂ ਦੇਖੋ ਹਰੇਕ ਬਿਮਾਰੀ ਨੂੰ ਲੱਭਣ ਵਾਸਤੇ, ਪਛਾਣਨ ਦੇ ਵਾਸਤੇ ਕੋਈ ਨਾ ਕੋਈ ਟੈਸਟ ਹੁੰਦਾ ਹੈਗਾ। ਚਾਹੇ ਮਤਲਬ ਕਿ ਅਸੀਂ ਸ਼ੂਗਰ ਦੇ ਵਾਸਤੇ ਇੱਕ ਸਿੰਪਲ ਟੈਸਟ ਕਰਾਉਂਦੇ ਹਾਂ, ਬਲੱਡ ਸ਼ੂਗਰ ਦਾ ਟੈਸਟ ਕਰਾਉਂਦੇ ਹਾਂ, ਜਾਂ ਮਤਲਬ ਕਿ ਹੋਰ ਕੁਝ ਕਰਾਉਂਦੇ ਹਾਂ। ਟੀਬੀ ਦੇ ਵਾਸਤੇ ਅਸੀਂ ਮਤਲਬ ਕਿ ਟੈਸਟ ਕਰਾਉਂਦੇ ਹੈਗੇ। ਉਵੇਂ ਇਹ ਵਾਇਰਸ ਲੱਭਣ ਵਾਸਤੇ ਇੱਕ ਆਰਟੀ-ਪੀਸੀਆਰ ਟੈਸਟ ਜਿਹੜਾ ਹੈਗਾ ਇਹ ਲੱਭਿਆ ਗਿਆ। ਪਰ ਇਹਦੇ ਬਾਰੇ ਇਸ ਕਰਕੇ ਬਹੁਤੇ ਜ਼ਿਆਦਾ ਹੁਣ ਵਹਿਮ ਭਰਮ ਜਾਂ ਡਾਊਟ ਕ੍ਰੀਏਟ ਹੋਏ ਹੋਏ ਨੇ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਵੀ ਇਹ ਟੈਸਟ ਕਰਵਾ ਲਿਆ, ਮਤਲਬ ਕਿ ਪੋਜ਼ਿਟਿਵ ਆ ਗਿਆ, ਪਰ ਮਤਲਬ ਕਿ ਪੋਜ਼ਿਟਿਵ ਨਹੀਂ ਸੀਗਾ, ਜਾਂ ਨੈਗੇਟਿਵ ਆ ਗਿਆ, ਮਤਲਬ ਕਿ ਉਹ ਨੈਗੇਟਿਵ ਨਹੀਂ ਸੀਗਾ। ਕਾਰਨ ਇਹ ਹੈਗਾ ਕਿ ਦੇਖੋ ਕੋਈ ਵੀ ਜਿਹੜਾ ਟੈਸਟ ਹੈਗਾ ਉਹ 100% ਜਿਹੜਾ ਹੈਗਾ ਨਾ ਉਹ ਬਿਲਕੁਲ ਠੀਕ ਨਹੀਂ ਹੁੰਦਾ। ਹਰੇਕ ਚੀਜ਼ ਦੀ ਇੱਕ ਨਾ, ਜਿਵੇਂ ਆਪਾਂ ਕਹਿੰਦੇ ਇੱਕ ਸਪੈਸੀਫਿਸਿਟੀ ਹੈ, ਇੱਕ ਸਪੈਸੀਫਿਕ ਇੱਕ ਸੈਂਸਿਟੀਵਿਟੀ ਹੈ। ਅਸੀਂ ਕਹਿੰਦੇ ਹਾਂ ਵੀ ਜਿਹੜਾ ਟੈਸਟ ਹੈਗਾ ਜਿਹੜਾ ਇਹ ਕਿੰਨਾ ਕੁ ਸੈਂਸਿਟਿਵ ਹੈ। ਸੈਂਸਿਟਿਵ ਦਾ ਮਤਲਬ ਇਹ ਕਿੰਨੀ ਛੇਤੀ ਪਕੜ ਸਕਦਾ ਹੈਗਾ ਵਾਇਰਸ ਨੂੰ। ਸਪੈਸੀਫਿਕ ਦਾ ਮਤਲਬ ਹੈਗਾ ਵੀ ਇਹ ਬਿਲਕੁਲ ਐਸੇ ਵਾਇਰਸ ਨੂੰ ਫੜ ਰਿਹਾ ਕਿ ਉੱਥੇ ਸਾਹਮਣੇ ਕੋਈ ਵੀ ਵਾਇਰਸ ਆ ਗਿਆ ਉਹਨੂੰ ਫੜ ਲਿਆ ਹੈਗਾ। ਵੀ ਸਪੈਸੀਫਿਕ ਤੌਰ ਤੇ ਉੱਤੇ ਕਰੋਨਾ ਵਾਇਰਸ ਨੂੰ ਹੀ ਫੜ ਰਿਹਾ ਜਾਂ ਕਿਸੇ ਹੋਰ ਵਾਇਰਸ ਨੂੰ ਵੀ ਪੋਜ਼ਿਟਿਵ ਦੇ ਰਿਹਾ ਹੈਗਾ। ਇਹ ਦੋ ਗੱਲਾਂ ਹੁੰਦੀਆਂ ਨੇ, ਪਰ ਕੋਈ ਵੀ ਟੈਸਟ ਨਾ 100% ਸੈਂਸਿਟਿਵ ਹੁੰਦਾ, ਨਾ 100% ਸਪੈਸੀਫਿਕ ਹੁੰਦਾ ਹੈ। ਅਸੀਂ ਮਤਲਬ ਕਿ ਮੈਡੀਕਲ ਲੈਂਗੁਏਜ ਬੋਲਦੇ ਆ ਕਿ ਇਸ ਟੈਸਟ ਦੇ ਫਾਲਸ ਨੈਗੇਟਿਵ ਐਂਡ ਫਾਲਸ ਪੋਜ਼ਿਟਿਵ ਦੇਣ ਦੀਆਂ ਇੰਨੀਆਂ ਸੰਭਾਵਨਾ ਹੈਗੀਆਂ ਨੇ। ਫਿਰ ਵੀ ਇਹ ਸਾਰੇ ਰਿਜ਼ਲਟ ਜਿਹੜੇ ਨੇ ਇਹ ਕਿਸੇ ਕਮੇਟੀ ਦੇ ਸਾਹਮਣੇ ਰੱਖੇ ਜਾਂਦੇ ਨੇ, ਐਕਸਪਰਟ ਕਮੇਟੀ ਕੋਲੋਂ, ਜਿਵੇਂ ਸਾਡੀ ਡਰੱਗ ਕੰਟਰੋਲਰ ਆਫ ਇੰਡੀਆ ਹੈਗੀ ਹੈ, DCI ਹੈ, ਜਾਂ FDA ਹੈਗੀ ਹੈ USA ਦੇ ਵਿੱਚ। ਉਹ ਟੈਸਟ ਦੀ ਰਿਪੋਰਟ ਉੱਥੇ ਜਾਂਦੀ ਹੈਗੀ ਹੈ। ਜਿਵੇਂ ਅਸੀਂ ਵੈਕਸੀਨ ਤਿਆਰ ਕੀਤੀ ਹੈ, ਅਸੀਂ ਕੋਈ ਵੀ ਵੈਕਸੀਨ 100% ਨਹੀਂ ਹੁੰਦੀ, ਅਸੀਂ ਸੇਫਟੀ ਐਂਡ ਐਫੀਕੇਸੀ ਦੇਖਦੇ ਹੁੰਦੀ। ਕੋਈ ਵੀ ਵੈਕਸੀਨ ਨਾ 100% ਸੇਫ ਹੁੰਦੀ ਹੈ, ਨਾ ਹੀ 100% ਐਫੀਕੇਸੀ ਹੁੰਦੀ ਹੈ, ਉਹਦੀ ਉਹ ਪ੍ਰਭਾਵੀ ਹੁੰਦੀ ਹੈਗੀ ਹੈ। ਤਾਂ ਉਹ ਪਰ ਅਸੀਂ ਬਹੁਤ ਗਿਣਤੀ ਦੇ ਹਿਸਾਬ ਨਾਲ ਦੇਖਦੇ ਹਾਂ ਵੀ 80-85% ਲੋਕਾਂ ਨੂੰ ਇਹ ਠੀਕ ਕਰੂਗੀ, ਜਾਂ ਇਹਦਾ 80-85% ਫਾਇਦਾ ਹੈਗਾ, ਤੇ ਜੇ ਕੋਈ ਬਿਮਾਰੀ ਹੋਊਗੀ ਤਾਂ ਇਹ ਬਹੁਤ ਸਵੀਅਰ ਨਹੀਂ ਹੋਊਗੀ, ਉਨੀ ਨਹੀਂ ਹੋਊਗੀ ਜਿੰਨੀ ਮਤਲਬ ਘਾਤਕ ਹੋ ਸਕੇ। ਤਾਂ ਉਹਦੇ ਮੱਦੇ ਨਜ਼ਰ ਉਹਨੂੰ ਅਪਰੂਵਲ ਮਿਲਦੀ ਹੈ। ਉੱਥੋਂ ਹੀ ਆਰਟੀ-ਪੀਸੀਆਰ ਟੈਸਟ ਜਿਹੜਾ ਉੱਥੋਂ ਅਪਰੂਵ ਹੋਇਆ ਹੋਇਆ। ਇਸ ਕਰਕੇ ਅਸੀਂ ਇਹਨੂੰ ਮਤਲਬ ਉਸ ਢੰਗ ਦੇ ਨਾਲ ਵਿਗਿਆਨਿਕ ਤੌਰ ਤੇ ਇਹਦੀ ਜਿਹੜੀ ਸੱਚਾਈ ਹੈ ਉਹਨੂੰ ਜਾਣਦੇ ਹੋਏ, ਜਿਹੜੀ ਕਿ ਅਸੀਂ ਆਫਕੋਰਸ ਇਸ ਬਿਮਾਰੀ ਦੇ ਬਾਰੇ ਜਾਂ ਹੋਰ ਜਿੰਨੀਆਂ ਵੀ ਚੀਜ਼ਾਂ ਦੇ ਬਾਰੇ ਅਸੀਂ ਲੋਕਾਂ ਤੱਕ ਪਹੁੰਚਾਉਣ 'ਚ ਬਹੁਤੇ ਕਾਮਯਾਬ ਨਹੀਂ ਰਹੇ। ਜੀ ਡਾਕਟਰ ਸਾਹਿਬ, ਇੱਕ ਗੱਲ ਕੀਤੀ ਤੁਸੀਂ ਵੈਕਸੀਨੇਸ਼ਨ ਦੀ, ਤਾਂ ਵੈਕਸੀਨੇਸ਼ਨ ਕਿਹਨਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ? ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਨੂੰ ਡਾਇਬਟੀਜ਼ ਹੈ ਜਾਂ ਫਿਰ ਕੋਈ ਹੋਰ ਬਿਮਾਰੀ, ਜੇਕਰ ਉਹ ਵੈਕਸੀਨ ਲਗਵਾਉਣਗੇ ਤਾਂ ਮਰ ਜਾਣਗੇ। ਅਤੇ ਇਸ ਦੇ ਨਾਲ ਇਹ ਵੀ ਜ਼ਰੂਰ ਦੱਸਿਓ ਕਿ ਕੀ ਪ੍ਰੈਗਨੈਂਟ ਲੇਡੀਜ਼ ਨੂੰ ਵੈਕਸੀਨੇਸ਼ਨ ਕਰਵਾਉਣਾ ਚਾਹੀਦਾ ਹੈ ਜਾਂ ਫਿਰ ਨਹੀਂ? ਨਹੀਂ, ਦੇਖੋ ਵੀ ਇੱਕ ਕੋਈ ਵੀ ਵੈਕਸੀਨ ਹੈਗੀ ਹੈ ਉਹ ਇੱਕ ਸਪੈਸੀਫਿਕ ਟਰਾਇਲ ਤੋਂ ਬਾਅਦ ਮਤਲਬ ਕਿ ਲੋਕਾਂ ਦੇ ਵਿੱਚ ਆਉਂਦੀ ਹੈਗੀ ਹੈ। ਅਸੀਂ ਜਿਹੜਾ ਹੁਣ ਇਹ ਟਰਾਇਲ ਕੀਤਾ ਹੈਗਾ, ਪਹਿਲਾਂ ਤਾਂ ਹੈਗੀ 18+ ਜਿਹੜੇ ਲੋਕਾਂ ਸੀਗੇ ਉਹਨਾਂ ਵਿੱਚ ਟਰਾਇਲ ਕੀਤਾ ਹੈਗਾ। ਤੇ ਪਰ ਜਦੋਂ ਅਸੀਂ ਇਹਦੀ ਸੈਂਕਸ਼ਨ ਲਈ ਹੈਗੀ ਹੈ, ਉਹ ਸੈਂਕਸ਼ਨ ਲਈ, ਕਿਉਂਕਿ ਸੈਂਕਸ਼ਨ ਅਸੀਂ ਐਮਰਜੈਂਸੀ 'ਚ ਲਈ ਹੈ, ਇਹ ਐਮਰਜੈਂਸੀ ਯੂਜੇਸ ਦਾ ਸਰਟੀਫਿਕੇਟ ਮਿਲਿਆ ਹੈਗਾ। ਐਮਰਜੈਂਸੀ ਕਿਹਨਾਂ ਨੂੰ ਹੈ? ਜਿਹੜੇ ਫਰੰਟ ਲਾਈਨ ਵਰਕਰ ਨੇ, ਫਰੰਟ ਲਾਈਨ ਵਰਕਰ ਮਤਲਬ ਮੈਡੀਕਲ ਦੇ, ਜਿਹੜੇ ਡਾਇਰੈਕਟ 1-to-1 ਪੇਸ਼ੈਂਟ ਨਾਲ ਗੱਲ ਕਰ ਰਹੇ ਨੇ, ਉਹਨਾਂ ਦੀ ਮਦਦ ਕਰ ਰਹੇ ਨੇ, ਨਰਸਿਸ ਹੈਗੀਆਂ ਨੇ, ਜਾਂ ਉੱਥੋਂ ਦਾ ਸਵੀਪਰ ਵੀ ਹੈਗਾ, ਜਾਂ ਉੱਥੋਂ ਦਾ ਵਾਰਡ ਬॉय ਵੀ ਹੈਗਾ, ਜਿਹੜਾ ਉਹਦਾ ਮਤਲਬ ਕਿ ਮਲ ਮੂਤਰ ਚੁੱਕ ਰਿਹਾ ਹੈਗਾ, ਵਾਇਰਸ ਦੇ ਸੰਪਰਕ 'ਚ ਆ ਰਿਹਾ ਹੈਗਾ। ਸਾਰੇ ਇਹ ਫਰੰਟ ਲਾਈਨ ਵਰਕਰ ਨੇ। ਦੂਜੇ ਸੀਗੇ ਮਤਲਬ ਕਿ ਜਿਹੜੇ ਸੜਕਾਂ ਦੇ ਉੱਤੇ ਆਪਣੇ ਟ੍ਰੈਫਿਕ ਨੂੰ ਕੰਟਰੋਲ ਕਰਦੇ ਨੇ, ਜਿਹੜੇ ਕਾਫੀ ਲੋਕਾਂ ਦੇ ਦਿਨ ਦੇ ਵਿੱਚ ਉਹਦੇ ਜਾਂਦੇ ਨੇ, ਜਾਂ ਮੀਡੀਆ ਪਰਸਨ ਸੀਗੇ ਜਿਹੜੇ ਬਾਹਰੋਂ ਜਾ ਕੇ ਰਿਪੋਰਟਾਂ ਇਕੱਠੀਆਂ ਕਰਦੇ ਨੇ। ਫਿਰ ਅਸੀਂ ਹੌਲੀ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਇਹਨੂੰ ਨਹੀਂ ਲਵਾਉਣਾ ਚਾਹੀਦਾ, ਦੇਖੋ ਕੋਈ ਵੀ ਵੈਕਸੀਨ ਜਿਹੜੀ ਹੈ ਨਾ ਅੰਦਰ ਜਾ ਕੇ ਸਾਡੇ ਇਮਿਊਨ ਸਿਸਟਮ ਹੁੰਦਾ, ਇੱਕ ਇਮਿਊਨ ਸਿਸਟਮ ਦੇ ਉੱਤੇ ਜਾ ਕੇ ਉਹਨੂੰ ਰਿਐਕਸ਼ਨ ਦਿੰਦੀ ਹੈ, ਉਹ ਐਂਟੀਬੋਡੀਜ਼ ਬਣਾਉਂਦੇ ਹੈਗੇ ਨੇ। ਜੇ ਕਿਸੇ ਦਾ ਇਮਿਊਨ ਸਿਸਟਮ ਕਮਜ਼ੋਰ ਹੈਗਾ ਤਾਂ ਉਹ ਉਹਦੇ ਵਿੱਚ ਐਂਟੀਬੋਡੀਜ਼ ਨਹੀਂ ਬਣਾਊਗਾ। ਤਾਂ ਇਸ ਕਰਕੇ ਜਿਨ੍ਹਾਂ ਦਾ ਇਮਿਊਨ ਸਿਸਟਮ, ਆਟੋ ਇਮਿਊਨ ਡਿਜ਼ੀਜ਼ ਹੁੰਦੀਆਂ ਨੇ, ਜੇ ਕਿਸੇ ਨੂੰ ਆਟੋ ਇਮਿਊਨ ਡਿਜ਼ੀਜ਼ ਹੈਗੀ ਹੈ ਉਹਨੂੰ ਨਹੀਂ ਲਗਵਾਉਣਾ ਚਾਹੀਦਾ। ਦੂਜਾ ਹੈਗਾ ਜਿਹੜੇ ਏਡਜ਼ ਦੇ ਮਰੀਜ਼ ਨੇ, ਏਡਜ਼ ਦੇ ਮਰੀਜ਼ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਆਲਰੇਡੀ ਜਿਹੜਾ ਇਮਿਊਨ ਸਿਸਟਮ ਪਹਿਲਾਂ ਹੀ ਉਹ ਕਮਜ਼ੋਰ ਕੀਤਾ ਹੁੰਦਾ ਉਹਦੇ ਵਾਇਰਸ ਨੇ, ਉਹ ਕਿਉਂਕਿ ਹੈ ਹੀ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਨ ਵਾਲਾ ਵਾਇਰਸ, ਉਹਨਾਂ ਨੂੰ ਨਹੀਂ ਲਗਵਾਉਣਾ ਚਾਹੀਦਾ। ਬਾਕੀ ਜਿਹੜੇ ਡਾਇਬਟੀਜ਼ ਵਾਲਾ ਇਹ ਕੋਈ ਚੱਕਰ ਨਹੀਂ ਹੈਗਾ, ਉਹ ਕੋਈ ਸਾਰੇ ਲਗਵਾ ਸਕਦੇ ਨੇ।
ਤੇ ਪ੍ਰੈਗਨੈਂਟ ਵੀਮਨ ਦੀ ਜਿਹੜੀ ਗੱਲ ਕੀਤੀ ਹੈ, ਉਹਨਾਂ ਦੇ ਵਾਸਤੇ ਹਜੇ ਤੱਕ ਅਸੀਂ ਜਿਹੜਾ ਜੋ ਇਹ ਜਿਹੜੇ ਪਹਿਲਾਂ ਵਲੰਟੀਅਰ ਭਰਤੀ ਕੀਤੇ ਹਰੇਕ ਕੰਪਨੀ ਨੇ ਆਪਣੇ ਵੈਕਸੀਨ ਟੈਸਟ ਕਰਨ ਦੇ ਵਾਸਤੇ, ਉਹਨਾਂ ਨੇ ਪ੍ਰੈਗਨੈਂਟ ਲੇਡੀਜ਼ ਤੇ 18 ਪਲੱਸ ਤੋਂ ਥੱਲੇ ਜਿਹੜੇ ਛੋਟੇ ਸੀਗੇ ਉਹਨਾਂ ਨੂੰ ਇਨਰੋਲ ਨਹੀਂ ਕੀਤਾ, ਉਹਨਾਂ ਨੂੰ ਟੈਸਟ ਨਹੀਂ ਕੀਤਾ। ਉਹ ਹੁਣ ਕਰ ਰਹੇ ਨੇ 18 ਪਲੱਸ ਤੋਂ ਥੱਲੇ ਵੀ ਜਿਹੜੇ ਉਹਨਾਂ ਨੇ ਹੁਣ ਨਵੀਂ ਟੈਸਟਿੰਗ ਸਟਾਰਟ ਹੋਈ ਹੈ, ਉਵੇਂ ਪ੍ਰੈਗਨੈਂਟ ਲੇਡੀਜ਼ ਦੇ ਵਾਸਤੇ ਵੀ ਟੈਸਟਿੰਗ ਸਟਾਰਟ ਹੋਈ ਹੈ। ਤੇ ਇਹਦੇ ਨਤੀਜੇ ਹਜੇ ਸਾਡੇ ਸਾਹਮਣੇ ਨਹੀਂ ਹੈਗੇ। ਫਿਲਹਾਲ ਪ੍ਰੈਗਨੈਂਟ ਲੇਡੀ ਨੂੰ ਇਹ ਨਹੀਂ ਲਗਾਇਆ ਜਾ ਰਿਹਾ, ਤੇ ਇਸ ਕਰਕੇ ਇਹ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ। ਪ੍ਰੈਗਨੈਂਟ ਲੇਡੀਜ਼ ਤੇ ਦੂਜਾ ਜਿਹੜਾ ਏਡਜ਼ ਤੇ ਆਟੋ ਇਮਿਊਨ ਡਿਜ਼ੀਜ਼, ਜਿਹਨਾਂ ਨੂੰ ਇਮਿਊਨ ਸਿਸਟਮ ਵੀਕ ਹੈਗਾ, ਉਹਨੂੰ ਜਾਂ ਕੋਈ ਇਹੋ ਜਿਹੀਆਂ ਦਵਾਈਆਂ ਖਾ ਰਹੇ ਨੇ ਜਿਹੜੇ ਸਾਡੇ ਇਮਿਊਨ ਸਿਸਟਮ ਨੂੰ ਮਤਲਬ ਕਮਜ਼ੋਰ ਕਰਦੀਆਂ ਨੇ, ਉਹ ਜਾ ਕੇ ਇੱਕ ਲਿਸਟ ਹੈਗੀ ਹੈ, ਉਹ ਜਾ ਕੇ ਬੰਦਾ ਡਾਕਟਰ ਨੂੰ ਦੱਸ ਸਕਦਾ ਹੈ ਵੀ ਮੈਂ ਇਹ ਦਵਾਈ ਖਾ ਰਿਹਾ ਤੇ ਮੈਨੂੰ ਲਗਵਾਉਣੀ ਚਾਹੀਦੀ ਹੈ ਕਿ ਨਹੀਂ ਲਗਵਾਉਣੀ ਚਾਹੀਦੀ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਾਰੀ ਅਹਿਮ ਜਾਣਕਾਰੀ ਸਾਡੇ ਤੱਕ, ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ, ਕਿਉਂਕਿ ਜੇਕਰ ਇਹ ਸਾਰੀ ਜਾਣਕਾਰੀ ਹੋਵੇਗੀ ਤਾਂ ਹੀ ਉਹ ਕਰੋਨਾ ਦੇ ਡਰ ਤੋਂ ਬਚ ਸਕਣਗੇ ਅਤੇ ਇਸੇ ਕਰਕੇ ਹੀ ਉਹ ਵੈਕਸੀਨੇਸ਼ਨ ਲਗਵਾਉਣ ਵੀ ਜਾਣਗੇ। ਤਾਂ ਜਾਂਦੇ ਜਾਂਦੇ ਤੁਸੀਂ ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਹੋਰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਇਸ ਨੈਗੇਟਿਵਿਟੀ ਦੇ ਵਿੱਚ ਵੀ ਉਹ ਪੋਜ਼ਿਟਿਵ ਰਹਿਣ? ਦੇਖੋ, ਸਭ ਤੋਂ ਪਹਿਲੇ ਮੈਂ ਵਿੱਚ ਕਹੀ ਹੈ, ਮੈਂ ਇੱਕ ਵਾਰੀ ਫਿਰ ਦੁਹਰਾਉਣਾ ਕਿ ਇਸ ਦੇ ਵਿੱਚ ਓਨੀ ਘਬਰਾਉਣ ਦੀ ਲੋੜ ਨਹੀਂ ਹੈਗੀ ਹੈ ਜਿੰਨੀ ਇਹ ਫੈਲਾਈ ਜਾ ਰਹੀ ਹੈ ਸਾਡੇ ਮੀਡੀਆ ਵੱਲੋਂ। ਕਹਿਰ ਜਾਂ ਮੌਤ ਦਾ ਤਾਂਡਵ, ਇਹ ਜਿਹੜਾ ਹੈਗਾ, ਤੇ ਤੁਸੀਂ ਇਹਨੂੰ ਮਤਲਬ ਕਿ ਇਸ ਤਰ੍ਹਾਂ ਦੇ ਥੋੜ੍ਹਾ ਜਿਹਾ ਵਿਸ਼ਲੇਸ਼ਣ ਕਰਕੇ ਚੀਜ਼ਾਂ ਨੂੰ ਦੇਖੋਗੇ, ਅੱਜ ਦੀ ਤਰੀਕ ਦੇ ਵਿੱਚ ਵੀ ਠੀਕ ਹੈ ਕਿ 4 ਲੱਖ ਮਰੀਜ਼ ਰੋਜ਼ ਆ ਰਿਹਾ ਹੈਗਾ ਪੋਜ਼ਿਟਿਵ ਹੋ ਕੇ, ਪਰ ਡੈਥ ਰੇਟ ਜਿਹੜੀ ਹੈਗੀ ਉਹ ਕੋਈ 3-3.5 ਹਜ਼ਾਰ ਹੈਗੀ ਹੈ। ਪਰ 3-3.5 ਹਜ਼ਾਰ ਡੈਥ ਇੱਕੋ ਦਮ ਮਤਲਬ ਕਿ ਇੱਕ ਦਿਨ ਦੇ ਵਿੱਚ ਮਤਲਬ ਕਿ ਹੋ ਜਾਣੀ, ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਐਮਰਜੈਂਸੀ ਹੈਗੀ ਹੈ। ਅਸੀਂ ਦੇਖ ਰਹੇ ਹਾਂ ਸ਼ਮਸ਼ਾਨ ਘਾਟ ਤੇ ਹੋਰ ਜੀ ਉਹ ਸਾਰੇ ਪਾਸੇ ਹੀ ਹਾਹਾਕਾਰ ਮਚੀ ਹੋਈ ਹੈ। ਦਰਅਸਲ ਗੱਲ ਹੈਗੀ ਹੈ ਵੀ ਅਸੀਂ ਮਤਲਬ ਕਿ ਪਹਿਲੀ ਗੱਲ ਤਾਂ ਇਹ ਹੈਗੀ ਕਿ ਕਿਸੇ ਨੂੰ ਉਨੀ ਡਰਨ ਦੀ ਲੋੜ ਨਹੀਂ ਹੈਗੀ। ਜੇ ਕਿਸੇ ਨੂੰ ਇਹਤਿਆਤ ਵਰਤਣ ਦੀ ਲੋੜ ਹੈਗੀ ਹੈ ਤੇ ਸੁਚੇਤ ਹੋਣ ਦੀ ਲੋੜ ਹੈਗੀ ਹੈ। ਜੇ ਤੁਸੀਂ ਇਹ ਦੇਖਣਾ ਹੈਗਾ ਕਿ ਤੁਸੀਂ ਪਹਿਲੀ ਸਟੇਜ ਵਿੱਚ ਕੰਟਰੋਲ ਕਰ ਲਓ, ਦੂਜੀ ਸਟੇਜ ਵਿੱਚ ਕੰਟਰੋਲ ਕਰ ਲਓ, ਤੀਜੀ ਸਟੇਜ ਵਿੱਚ ਜਾਣ ਲੱਗਦੇ ਹੋ, ਤਾਂ ਉਦੋਂ ਤੁਸੀਂ ਥੋੜ੍ਹੀ ਜਿਹੀ ਸੁਚੇਤ ਹੋ ਕੇ ਡਾਕਟਰ ਨਾਲ ਕੰਸਲਟ ਕਰੋ। ਬਾਕੀ ਚਲੋ ਵਿਵਸਥਾ ਦਾ ਸਵਾਲ ਹੈਗਾ, ਉਹ ਵਿਵਸਥਾ ਦੇ ਵਾਸਤੇ ਵੀ ਸਾਨੂੰ ਸਵਾਲ ਖੜੇ ਕਰਨੇ ਚਾਹੀਦੇ ਨੇ। ਅੱਜ ਨਹੀਂ ਕਰਨੇ, ਅੱਜ ਕਿਉਂਕਿ ਐਮਰਜੈਂਸੀ 'ਚ ਹੈਗੀਆਂ ਅਸੀਂ, ਤਾਂ ਕੱਲ੍ਹ ਨੂੰ ਕਰਨੇ ਚਾਹੀਦੇ ਨੇ। ਸਾਨੂੰ ਇਹ ਢਾਂਚਾ ਚਾਹੀਦਾ ਹੈਗਾ, ਵਧੀਆ ਢਾਂਚਾ ਚਾਹੀਦਾ ਹੈਗਾ, ਸਾਨੂੰ ਸਿਹਤ ਸਹੂਲਤਾਂ ਚਾਹੀਦੀਆਂ ਨੇ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ ਕਿ ਮੇਰੇ ਇੱਕ ਜਾਣੂ ਨੇ, ਮਤਲਬ ਕਿ ਕੋਟਕਪੂਰਾ ਪੰਜਾਬ ਦਾ ਕੋਈ ਛੋਟਾ ਸ਼ਹਿਰ ਨਹੀਂ ਹੈਗਾ, ਫਰੀਦਕੋਟ ਡਿਸਟ੍ਰਿਕਟ ਦਾ ਇੱਕ ਵੱਡਾ ਸ਼ਹਿਰ ਹੈਗਾ, ਫਰੀਦਕੋਟ ਤੋਂ ਵੀ ਵੱਡਾ। ਉਸ ਸ਼ਹਿਰ ਦੇ ਵਿੱਚ ਕੋਈ ਵੀ ਹਸਪਤਾਲ ਕਰੋਨਾ ਦੇ ਮਰੀਜ਼ ਨੂੰ ਰੱਖਣ ਦੇ ਵਾਸਤੇ ਵਿਵਸਥਾ ਨਹੀਂ ਹੈਗੀ ਉਹਦੇ ਕੋਲੋਂ। ਉਹ ਕਹਿੰਦੇ ਕਿ ਪੋਜ਼ਿਟਿਵ ਕੇਸ ਹੈਗਾ, ਟੈਸਟ ਕਰਾ ਲਿਆ, ਪਰ ਅਜੇ ਮਤਲਬ ਕਿ ਆਕਸੀਜਨ ਲੈਵਲ ਮਤਲਬ ਕਿ ਉਹਨਾਂ ਨਹੀਂ ਘੱਟ ਹੋਇਆ ਜਿੰਨਾ ਮਤਲਬ ਹੈਗਾ। ਤੇ ਉਹ ਕਹਿੰਦੇ ਕਿ ਅਸੀਂ ਵੱਧ ਤੋਂ ਵੱਧ ਫਰੀਦਕੋਟ ਜਾ ਸਕਦੇ ਹਾਂ ਜਾਂ ਬਠਿੰਡੇ ਜਾ ਸਕਦੇ ਹਾਂ। ਯਾਨੀ ਕਹਿਣ ਦਾ ਮਤਲਬ ਅਸੀਂ ਉਹ ਵਿਵਸਥਾ ਨਹੀਂ ਬਣਾਈ। ਜੇ ਅਸੀਂ ਇੱਕ 50-60 ਕਿਲੋਮੀਟਰ ਦੇ ਘੇਰੇ ਵਿੱਚ ਇੱਕ ਜਾਂ ਦੋ ਸੰਸਥਾਵਾਂ ਹੀ ਮਰੀਜ਼ ਸੰਭਾਲਣਗੀਆਂ, ਤਾਂ ਆਪੇ ਹੀ ਉੱਥੇ ਬੋਝ ਪਊਗਾ ਹੀ ਪਊਗਾ। ਤਾਂ ਕਹਿਣ ਦਾ ਮਤਲਬ ਇਹ ਹੈਗਾ ਕਿ ਇਸ ਵਿਵਸਥਾ ਨੂੰ ਮੰਗਣਾ ਚਾਹੀਦਾ ਹੈ ਵੀ ਕੋਟਕਪੂਰ ਦਾ ਸਿਵਲ ਹਸਪਤਾਲ, ਜੈਤੋ ਦਾ ਸਿਵਲ ਹਸਪਤਾਲ ਜਾਂ ਨੇੜੇ ਤੇੜੇ ਹੋਰ ਜਿਹੜੇ ਸ਼ਹਿਰ ਨੇ ਚੰਗੇ, ਉਹਨਾਂ ਦੇ ਸਿਵਲ ਹਸਪਤਾਲ ਦੇ ਵਿੱਚ ਵਿਵਸਥਾ ਕਿਉਂ ਨਹੀਂ ਹੈਗੀ ਹੈ ਆਕਸੀਜਨ ਦੀ ਜਾਂ ਮਤਲਬ ਕਿ ਹੋਰ ਚੀਜ਼ਾਂ ਦੀ ਜਿਹੜੀ ਕਿ ਹੈਗੀ ਹੈ। ਪਰ ਫਿਰ ਵੀ ਪੋਜ਼ਿਟਿਵਿਟੀ ਵਾਸਤੇ ਇਹ ਹੈਗਾ ਕਿ ਇਹ ਬਿਮਾਰੀ ਜਿਹੜੀ ਹੈ ਫੈਲ ਬਹੁਤ ਜਲਦੀ ਰਹੀ ਹੈਗੀ ਹੈ। ਸ਼ੁਰੂ ਤੋਂ ਹੀ ਕਿਹਾ ਗਿਆ ਕਿ ਇਹ ਉਨੀ ਘਾਤਕ ਨਹੀਂ ਹੈਗੀ ਹੈ, ਕਿਉਂਕਿ ਮੈਂ ਮੈਡੀਕਲ ਦਾ ਬੰਦਾ ਹੋਣ ਕਰਕੇ ਇਹ ਕਰਕੇ ਕਹਿਣਾ, ਕਿਉਂਕਿ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਰੂਬਰੂ ਹੁੰਦੇ ਹੈਗੇ ਆ। TB ਦੀ ਬਿਮਾਰੀ ਹੈ, ਕੈਂਸਰ ਹੈਗਾ, ਰੋਡ ਟ੍ਰੈਫਿਕ ਦੇ ਐਕਸੀਡੈਂਟ ਹੈਗੇ ਨੇ, ਹੋਰ ਬੜੀਆਂ ਬਿਮਾਰੀਆਂ ਨੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਦੀ ਮੌਤ ਦਰ ਇਸ ਤੋਂ ਕਈ ਗੁਣਾ ਵੱਧ ਹੈਗੀ ਹੈ। ਇਸ ਕਰਕੇ ਮਤਲਬ ਕਿ ਸਾਨੂੰ ਉਸ ਵਕਤ ਤੋਂ ਮਤਲਬ ਕਿ ਸੁਚੇਤ ਹੋਣ ਦੀ ਲੋੜ ਹੈ। ਤੇ ਖਾਸ ਤੌਰ ਤੇ ਅਸੀਂ ਬਹੁਤੀ ਮਤਲਬ ਕਿ 98.5% ਸਾਡੇ ਚਾਂਸਿਸ ਨੇ ਕਿ ਸਾਨੂੰ ਕੁਝ ਨਹੀਂ ਹੋਊਗਾ। ਇਹ ਗੱਲ ਦਿਮਾਗ ਵਿੱਚ ਰੱਖਣੀ ਚਾਹੀਦੀ ਹੈਗੀ ਹੈ ਤੇ ਆਪਣੀ ਇਹਤਿਆਤ ਵੀ ਵਰਤਣੀ ਚਾਹੀਦੀ ਹੈ। ਜਿਹੜੇ ਤਰੀਕੇ ਆਪਾਂ ਡਿਸਕਸ ਕੀਤੇ ਨੇ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਜੀ ਜ਼ਰੂਰ, ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ, ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਲਈ, ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।